ਪੋਲੀਟੀਕਲ ਪਾਰਟੀਆਂ ਬੀਬੀਆਂ ਨੂੰ ਨੁਮਾਇੰਦਗੀ ਦੇਣ ਨੂੰ ਤਿਆਰ ਨਹੀਂ। ਕੋਈ ਵੀ ਪਾਰਟੀ ਕੋਈ ਸੱਤ ਔਰਤਾਂ ਲਈ ਹੈ ਕਿਸੇ ਪਿੰਡ 'ਚ ਜਿਹੜੀ ਸੱਤ ਜਿਹੜਾ ਦਰਵਾਜ਼ਾ ਕਹਿੰਦੇ ਆ, ਜਿਹੜੀਆਂ ਸੱਤਾਂ ਕਹਿੰਦੇ ਹਾਂ ਕਿ ਉੱਥੇ ਬੀਬੀਆਂ ਆ ਮਾਈਂਡ ਸੈਟ ਦੀ ਪ੍ਰੋਬਲਮ। 42 ਚੇਅਰਮੈਨੀਆਂ ਵੰਡੀਆਂ ਨੇ ਇਹਨਾਂ ਨੇ, ਡਿਸਟ੍ਰਿਕਟ ਲੈਵਲ ਦੀਆਂ, ਚਾਹੇ ਉਹਦੀਆਂ, ਇੱਕ ਵੀ ਲੇਡੀ ਨੂੰ ਚੇਅਰਮੈਨ ਨਹੀਂ ਲਾਇਆ ਇਹਨਾਂ ਨੇ। ਕਿ ਸਾਨੂੰ ਉੱਥੇ ਉੱਠ ਕੇ ਆਪਣੀ ਪਾਰਟੀ ਦੇ ਖਿਲਾਫ ਹੀ ਬੋਲਣਾ ਪਿਆ। ਤਾਂ ਇਸ ਵਾਰ ਪਹਿਲੀ ਵਾਰ ਹੋਣਾ ਸੀ ਕਿ ਐਸਜੀਪੀਸੀ ਦੇ ਵਿੱਚ ਔਰਤ ਦੀ ਨੁਮਾਇੰਦਗੀ ਬਿਲਕੁਲ ਨਹੀਂ ਸੀ ਹੋਣੀ। ਔਰਤਾਂ ਦੀ ਨੁਮਾਇੰਦਗੀ ਕਿੱਥੇ ਹੈ, ਸਾਡੀ ਨੁਮਾਇੰਦਗੀ ਕਿੱਥੇ ਹੈ? ਤਾਂ ਮੈਂ, ਕਿਉਂਕਿ ਮੈਂ ਬਿਲਕੁਲ ਪਿੱਛੇ ਬੈਠੀ ਸੀ, ਮੇਰੇ ਸਾਹਮਣੇ ਸਾਰੇ ਮੈਂਬਰ ਬੈਠੇ ਸੀ, ਤਾਂ ਮੈਂ ਬਹੁਤ ਸਾਰੇ ਮੈਂਬਰਾਂ ਨੂੰ ਖਚਰੀ ਹਾਸੀ ਹੱਸਦਿਆਂ ਦੇਖਿਆ। ਤੁਹਾਨੂੰ ਔਰ ਉਹ ਵੀ ਪੜ੍ਹੀਆਂ ਲਿਖੀਆਂ ਔਰਤਾਂ, ਸਾਡੇ ਬਹੁਤ ਸਾਰੇ ਜਥੇਦਾਰ ਨੇ ਜਿਹੜੇ ਅੰਗੂਠਾ ਛਾਪ ਨੇ। ਕੀ ਇਹ ਅਕਾਲੀ, ਕਾਂਗਰਸੀ ਤੇ ਹੁਣ ਆਪ ਇਸ ਦੇ ਦੌਰ 'ਚ ਕੁਝ ਬਦਲਿਆ ਵੀ ਹੈ ਕਿ ਉਹੀ ਤਰੀਕਾ ਹੈ? ਬਦਲਾਅ ਔਰਤਾਂ ਵੀ ਚਾਹੁੰਦੀਆਂ ਨੇ ਸਾਡੇ ਵਾਸਤੇ ਬਦਲਾਅ ਆਵੇ। ਅਸੀਂ ਭਿਖਾਰੀ ਨਹੀਂ ਕਿ ਸਾਨੂੰ 1000 ਰੁਪਇਆ ਦਿੱਤਾ ਜਾਵੇ ਹਰੇਕ ਨੂੰ, ਅਸੀਂ ਭਾਗੀਦਾਰੀ ਚਾਹੁੰਦੇ ਹਾਂ। ਤੇ ਅਸੀਂ ਜਿਹੜੇ ਇੱਕ ਦਿਨ ਪਹਿਲਾਂ ਸਟੇਜਾਂ ਤੇ ਚੜ੍ਹ ਕੇ 100 ਕਿਉਂ ਮੰਦਾ ਆਖੀਏ ਜਿੱਤ ਜਾਵੇਂ ਰਜਾਨ, ਔਰਤ ਦੀ ਮਤਲਬ ਸ਼ੋਭਾ ਕਰਕੇ ਆਏ ਨੇ, ਇਹ ਗੱਲ ਜ਼ਰੂਰ ਹਰੇਕ ਨੇ ਸਟੇਜ ਤੇ ਬੋਲੀ ਹੈ, ਤੇ ਅਗਲੇ ਦਿਨ ਹੀ ਅਸੀਂ ਭੁੱਲ ਗਏ। ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੀਆਂ ਹੁੰਦੀਆਂ ਨੇ, ਜਾਂ ਉਹ ਪਾਰਟੀਆਂ ਦੀਆਂ, ਵਿਧਾਇਕਾਂ ਦੀਆਂ, ਐਮਐਲਏ ਦੀਆਂ ਹੁੰਦੀਆਂ ਨੇ? ਸਰਪੰਚ ਪਿੰਡ ਦਾ ਹੁੰਦਾ ਜਾਂ ਐਮਐਲਏ ਦਾ ਹੁੰਦਾ? ਇਹ ਵੱਡਾ ਸਵਾਲ ਜਿੱਥੇ ਰਿਹਾ। ਉੱਥੇ ਕੀ ਸਰਪੰਚ ਨਾਲ ਵੀ ਧੋਖੇ ਧੜੀਆਂ ਹੋ ਜਾਂਦੀਆਂ ਨੇ, ਸਰਪੰਚ ਦੀ ਵੀ ਦੁਰਵਰਤੋਂ ਹੋ ਜਾਂਦੀ ਹੈ, ਪੰਚਾਇਤ ਨੂੰ ਵੀ ਭਟਕਾ ਲਿਆ ਜਾਂਦਾ, ਜਾਂ ਫਿਰ ਇਹ ਸਭ ਦੇ ਵਿੱਚ ਗ੍ਰਾਮ ਸਭਾਵਾਂ ਦੀ ਤਾਕਤ ਕੀ ਹੈ? ਤੇ ਜਦੋਂ ਗ੍ਰਾਮ ਸਭਾਵਾਂ ਦੀ ਗੱਲ ਆਉਂਦੀ ਹੈ, ਗ੍ਰਾਮ ਸਭਾਵਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ, ਤੇ ਉਸ ਹਵਾਲੇ ਨਾਲ ਉਹਦੇ ਉੱਤੇ ਚਰਚਾ ਕਰਨ ਦੇ ਲਈ ਇੱਕ ਨਾਮ ਅਕਸਰ ਜ਼ਿਹਨ ਵਿੱਚ ਆਉਂਦਾ, ਉਹ ਹੈ ਸਾਡੇ ਸੀਨੀਅਰ ਸਾਥੀ, ਸਾਡੇ ਸੀਨੀਅਰ ਪੱਤਰਕਾਰ ਹਮੀਰ ਸਿੰਘ। ਇਸ ਮਸਲੇ ਤੇ ਤੁਹਾਡੇ ਨਾਲ ਚਰਚਾ ਕਰਾਂਗੇ। ਤੇ ਦੂਸਰੇ ਪਾਸੇ ਮੇਰੇ ਨਾਲ ਬੈਠੇ ਨੇ ਅੱਜ ਬੀਬੀ ਪਰਮਜੀਤ ਕੌਰ ਲਾਂਡਰਾਂ ਜੀ। ਬੀਬੀ ਜੀ ਨਾ ਤਾਂ ਅੱਜ ਬਤੌਰ ਮਹਿਲਾ ਕਮਿਸ਼ਨ ਦੇ ਪ੍ਰਧਾਨਗੀ ਦੇ ਰੋਲ ਦੇ ਨਾਤੇ ਸਾਡੇ ਵਿੱਚ ਹਾਜ਼ਰ ਨੇ, ਨਾ ਬੀਬੀ ਜੀ ਬਤੌਰ ਅੱਜ ਐਸਜੀਪੀਸੀ ਮੈਂਬਰ ਦੇ ਨਾਤੇ ਹਾਜ਼ਰ ਨੇ। ਅੱਜ ਬੀਬੀ ਜੀ ਵੀ ਉਸੇ ਪੰਚਾਇਤ ਦੇ ਆਧਾਰ ਤੇ ਸਾਡੇ ਵਿੱਚ ਹਾਜ਼ਰ ਨੇ ਜਿਹੜੀ ਪੰਚਾਇਤ ਦੀ ਨੁਮਾਇੰਦਗੀ ਉਹ ਕਰਦੇ ਰਹੇ ਨੇ, ਔਰ ਦੇਸ਼ ਦਾ ਦੇਸ਼, ਦੁਨੀਆ ਭਰ ਦੇ ਵਿੱਚ ਵੀ ਨੌਜਵਾਨ ਸਰਪੰਚੀ ਵਜੋਂ, ਬੀਬੀ ਸਰਪੰਚੀ ਵਜੋਂ ਉਹ ਜਾ ਕੇ ਆਪਣੀ ਗੱਲ ਰੱਖਦੇ ਰਹੇ ਨੇ। ਸੋ ਉਸ ਨਾਤੇ ਮੈਂ ਅੱਜ ਪੰਜਾਬ ਟੈਲੀਵਿਜ਼ਨ ਤੇ ਆਪਣੇ ਦੋਨੇ ਮਹਿਮਾਨਾਂ ਦਾ ਸਵਾਗਤ ਕਰਦਾ। ਬਹੁਤ ਬਹੁਤ ਸਵਾਗਤ ਹੈ ਜੀ। ਭਾਜੀ, ਮੈਂ ਤੁਹਾਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ 'ਚ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ, ਦੂਏ ਪਿੰਡ ਤੀਏ ਪਿੰਡ ਸਰਪੰਚਾਂ ਦੀਆਂ ਖੁਦਕੁਸ਼ੀਆਂ। ਕੀ ਇਹ ਵੀ ਮੰਨਿਆ ਜਾ ਸਕਦਾ ਕਿ ਸਰਪੰਚ ਨੂੰ ਵੀ ਇਸ ਕਦਰ ਮਜਬੂਰ ਕਰ ਦਿੱਤਾ ਜਾਂਦਾ ਹੈ, ਜਾਂ ਉਸ ਨੂੰ ਵੀ ਸਰਕਾਰੀ ਤੰਤਰ ਇੰਨਾ ਕੰਟਰੋਲ ਕਰ ਲੈਂਦਾ ਕਿ ਉਹ ਵੀ ਖੁਦਕੁਸ਼ੀ ਦੇ ਰਾਹ ਪੈ ਜਾਵੇ? ਕੀ ਨੇ ਘਟਨਾਵਾਂ ਤੇ ਕਾਰਨ ਕੀ ਨੇ? ਜੇ ਤਾਂ ਜਿਹੜੇ ਸਰਪੰਚਾਂ ਨੇ ਖੁਦਕੁਸ਼ੀ ਕੀਤੀ ਪਿਛਲੇ 3 ਮਹੀਨਿਆਂ ਦੇ ਵਿੱਚ ਅਲੱਗ-ਅਲੱਗ ਜਗ੍ਹਾ, ਉਹਨਾਂ ਦਾ ਉਹ ਦੇਖਿਆ ਜਾਏ, ਜਿਹੜਾ ਉਹਨਾਂ ਨੇ ਆਪ ਲਿਖ ਕੇ ਨੋਟਿਸ ਰੱਖਿਆ ਉਹ, ਜਾਂ ਜਿਹੜਾ ਉਹਨਾਂ ਦੇ ਪਰਿਵਾਰਾਂ ਤੇ ਬਾਕੀ ਰਿਸ਼ਤੇਦਾਰਾਂ ਨੇ ਜਾਮ ਲਾ ਕੇ FIR ਦਰਜ ਕਰਾਈਆਂ ਨੇ ਉਹ, ਤਾਂ ਲੱਗਦਾ ਕਿ ਉਹ ਅੰਡਰ ਪ੍ਰੈਸ਼ਰ, ਦਬਾਅ ਦੇ ਅਧੀਨ ਹੀ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ। ਅਮਲੋਹ ਹਲਕੇ ਦੇ ਵਿੱਚ ਬਡਗੁਜਰਾ ਪਿੰਡ ਹੈ। ਹਾਂਜੀ, ਬਡਗੁਜਰਾ ਪਿੰਡ ਦਾ ਸਰਪੰਚ ਸੀ ਬਲਕਾਰ ਸਿੰਘ। ਉਹ 29 ਸਤੰਬਰ ਨੂੰ, ਮਤਲਬ 25 ਸਤੰਬਰ ਨੂੰ ਘਰੋਂ ਗਿਆ, ਪਤਾ ਨਹੀਂ ਲੱਗਿਆ, ਤੇ 29 ਨੂੰ ਲਾਸ਼ ਕਿੱਥੋਂ ਮਿਲਦੀ ਹੈ? ਰੇਲਵੇ ਲਾਈਨ ਤੋਂ। ਜਦੋਂ ਸਰਚ ਹੁੰਦੀ ਹੈ, ਘਰ ਆ ਕੇ ਉਹਦਾ ਲਿਖਿਆ ਹੋਇਆ ਇੱਕ ਹੱਥ ਨਾਲ ਉਹ ਮਿਲਦਾ ਹੈ ਕਿ ਕਿਵੇਂ ਮੁਲਾਜ਼ਮ ਤੇ ਅਫਸਰਾਂ ਨੇ ਮੈਨੂੰ ਬਲੈਕਮੇਲ ਕੀਤਾ ਹੈ, ਜਾਂ ਕਿਵੇਂ ਮੇਰੇ ਤੇ ਦਬਾਅ ਪਾਇਆ। ਧਰਨੇ ਮੁਜ਼ਾਹਰੇ ਵੀ ਚੱਲੇ, FIR ਹੋਈਆਂ। ਕਿੰਨਾ ਸੱਚ ਹੈ ਕਿੰਨਾ ਨਹੀਂ, ਇਹ ਜਾਂਚ ਤੋਂ ਬਾਅਦ ਪਤਾ ਲੱਗੂ ਜੀ। ਤੇ ਐਸੇ ਅਜੇ ਕੱਲ ਭੋਗ ਸੀ ਐਤਵਾਰ ਨੂੰ, ਕੈਦੂਪੁਰ ਪਿੰਡ ਹੈ ਪਟਿਆਲਾ ਰੂਰਲ ਹਲਕੇ ਦੇ ਵਿੱਚ। 47 ਸਾਲ ਦਾ ਦਦਾਰ ਸਿੰਘ ਸਰਪੰਚ, ਭਾਖੜਾ ਚਨਾਰਥਲ ਕੋਲ ਤੁਹਾਡੇ ਪਿੰਡ ਦੇ ਬਿਲਕੁਲ ਮਿਲੀ ਹੈ, ਤੇ ਭਾਖੜਾ ਚ ਉਹਦੀ ਲਾਸ਼ ਮਿਲੀ ਹੈ, ਜਿਹੜੀ ਮਿਲੀ ਹੈ। ਤੇ ਦਿਨ ਰਾਤ 2 ਦਿਨ ਧਰਨਾ ਉੱਥੇ ਚੱਲਦਾ ਰਿਹਾ ਹੈ ਪਸਿਆਣੇ ਥਾਣੇ ਦੇ। ਉਦੋਂ ਬਾਅਦ 2 ਕਰਮਚਾਰੀਆਂ ਤੇ ਅਫਸਰਾਂ ਤੇ 22 ਨੇਮ ਪਰਚਾ ਦਰਜ ਉਹਨਾਂ ਨੇ ਕਰਾਇਆ ਕਿ ਇਹ ਮੈਨੂੰ ਬਲੈਕਮੇਲ ਕਰਦੇ ਸੀ। ਇਹਦਾ ਮਤਲਬ ਤਾਂ ਸਾਫ਼ ਹੈ। ਇਹਦਾ ਮਤਲਬ ਫਿਰ ਇਹੀ ਹੈ ਕਿ ਜਿਹੜੀ ਗੱਲ ਇਹ ਸੀ ਨਾ ਵੀ ਬਦਲਾਅ ਲਈ ਗੌਰਮੈਂਟ ਆਈ ਹੈ, ਤਾਂ ਬਦਲਾਅ ਵਾਲੀ ਗੌਰਮੈਂਟ ਨਾਲ ਤਾਂ ਫਿਰ ਘੱਟੋ ਘੱਟ ਚੁਣੇ ਨੁਮਾਇੰਦੇ ਨਾਲ ਤਾਂ ਸਲੀਕਾ ਸੀ। ਤੇ ਉਹ ਬਲੈਕਮੇਲ ਕਿਵੇਂ ਕਰਦੇ ਸੀ? ਪੈਸੇ ਲਈ ਉਹ ਕਰਦੇ ਸੀ। ਤੇ ਇਹਦਾ ਮਤਲਬ ਕਰਪਸ਼ਨ ਵੀ ਚੱਲ ਰਹੀ ਹੈ। ਪੈਸੇ ਲਈ ਨਹੀਂ ਤਾਂ ਫਿਰ ਕਿਉਂ ਬੰਦਾ ਉਸ ਲੈਵਲ ਤੇ ਕਰੇ? ਅਜੇ ਅਮਲੋਹ ਏਰੀਆ 'ਚ ਕੱਲ ਇੱਕ ਸਰਪੰਚ ਨੇ ਹੋਰ ਕੀਤਾ, ਉਹਦਾ ਅਜੇ ਪਤਾ ਨਹੀਂ ਲੱਗਿਆ। ਅਜੇ ਕਾਰਨ ਕੀ ਨੇ ਸਾਂਝਾ, ਮਤਲਬ ਉਹ ਨਹੀਂ। ਔਰ ਐਡੇ ਚ ਸਰਪੰਚਾਂ ਦੀਆਂ ਖੁਦਕੁਸ਼ੀਆਂ ਬਹੁਤ ਇਦੋਂ ਪਹਿਲਾਂ ਇਹ ਗੱਲ ਚੱਲਦੀ ਰਹੀ ਹੈ ਕਿ ਸਰਪੰਚ ਮਿਲ ਕੇ ਪੈਸੇ ਖਾਂਦੇ ਨੇ। ਇਹਦਾ ਮਤਲਬ ਸ਼ਾਇਦ ਜਿਹੜਾ ਸਰਪੰਚ ਮਿਲ ਕੇ ਨਹੀਂ ਖਾਂਦਾ ਉਹਦੇ ਨਾਲੇ ਵਾਪਰ ਗਈ, ਜਾਂ ਕੀ ਹੋ ਗਿਆ? ਇਹ ਬੜੇ ਵੱਡੇ ਇੱਕ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ, ਜਿਹਦੇ ਡੈਥ ਤੋਂ ਬਾਅਦ
ਸੈਂਕੜਿਆਂ ਦੀ ਗਿਣਤੀ 'ਚ ਲੋਕ ਦਿਨ ਰਾਤ ਧਰਨਾ ਦਿੰਦੇ ਨੇ, ਇਹਦਾ ਮਤਲਬ ਉਹਦੇ ਨਾਲ ਜੁੜੇ ਵੀ ਹੋਣਗੇ। ਜੁੜੇ ਵੀ ਹੋਣਗੇ। ਔਰ ਇਹ ਆਪਣੇ ਆਪ 'ਚ ਦੇਖਣ ਵਾਲੀ ਗੱਲ ਹੈ ਕਿ ਇਹ ਕਿਉਂ ਵਰਤਾਰਾ ਵਾਪਰ ਰਿਹਾ ਹੈ, ਔਰ ਇਹ ਬਹੁਤ ਅਣਹੋਣੀ ਵਰਗੀ ਗੱਲ। ਬਿਲਕੁਲ, ਮੈਂ ਬੀਬੀ ਲਾਂਟਰਾ ਜੀ ਇਸੇ ਪਹਿਲੂ ਤੋਂ ਤੁਹਾਤੋਂ ਸਮਝਣਾ ਚਾਹੁੰਦਾ ਕਿ ਸਰਪੰਚ ਪਿੰਡ ਦਾ ਮੋਹਰੀ ਹੁੰਦਾ ਹੈ ਨਾ, ਮੁਖੀ ਹੁੰਦਾ ਮਤਲਬ, ਤੇ ਅੱਜ ਪਿੰਡ ਦੇ ਵਿੱਚ ਆਪਣੇ ਪਿੰਡਾਂ 'ਚ ਸਰਪੰਚ ਬਣਨਾ ਮਾਣ ਵਾਲੀ ਗੱਲ ਸਮਝਿਆ ਜਾਂਦਾ, ਮਤਲਬ ਰੁਤਬਾ, ਵੱਡਾ ਰੁਤਬਾ ਮੰਨਿਆ ਜਾਂਦਾ। ਤੇ ਚੋਣ ਬੇਸ਼ੱਕ ਜੇਕਰ ਚੋਣ ਪ੍ਰਕਿਰਿਆ ਦੇਖੀਏ ਤਾਂ ਐਮਐਲਏ ਨਾਲੋਂ ਵੀ ਚੋਣ ਲੜਨੀ ਔਖੀ ਹੋ ਰਹੀ ਹੈ ਸਰਪੰਚਾਂ ਦੀ, ਜਿਸ ਕਦਰ ਉਹਦੇ ਵਿੱਚ ਪੈਸੇ ਦੀ ਦਖਲ ਹੈ। ਪਰ ਜਿਹੜੀ ਗੱਲ ਹਮੀਰ ਭਾਜੀ ਕਹਿ ਰਹੇ ਨੇ ਕਿ ਜੇ ਸਰਪੰਚ ਨੂੰ ਵੀ ਖੁਦਕੁਸ਼ੀ ਕਰਨੀ ਪੈ ਜਾਂਦੀ ਆ ਤਾਂ ਇਹਦਾ ਮਤਲਬ ਕੀ ਪਹਿਲੇ ਦੌਰ ਤੋਂ ਇਹ ਦੌਰ ਜਾਰੀ ਹੈ? ਪਿਛਲੇ ਸਮੇਂ ਤੁਸੀਂ ਕਹਿੰਦੇ ਨੌਜਵਾਨ ਸਰਪੰਚੀ ਵਜੋਂ ਸਾਹਮਣੇ ਆਏ ਹੋ, ਨੌਜਵਾਨ ਸਰਪੰਚੀ ਦੀ ਤੁਸੀਂ ਭੂਮਿਕਾ ਨਿਭਾਈ ਆ, ਕੀ ਇਹ ਅਫਸਰ ਕੰਟਰੋਲ ਕਰਦੇ ਨੇ ਸਰਪੰਚਾਂ ਨੂੰ, ਜਾਂ ਅਫਸਰ ਹੀ ਭਟਕਾਉਂਦੇ ਨੇ ਗਲਤ ਰਾਹ ਤੇ ਲਿਜਾਣ ਲਈ, ਜਾਂ ਰਾਜਨੀਤਿਕ ਇੰਨੀ ਤਾਕਤ ਉਹਨਾਂ ਦੇ ਉੱਤੇ ਹਾਵੀ ਹੁੰਦੀ ਆ ਕਿ ਸਾਡੇ ਹਿਸਾਬ ਨਾਲੇ ਫੰਡ ਲਿਆਓ, ਸਾਡੇ ਹਿਸਾਬ ਨਾਲੇ ਖਾਓ ਤੇ ਸਾਨੂੰ ਇਹ ਮੋੜ ਦਿਓ? ਦੋਵੇਂ ਗੱਲਾਂ ਠੀਕ ਨੇ। ਰਾਜਨੀਤਿਕ ਪ੍ਰੈਸ਼ਰ ਹੈ ਜਿਹੜਾ, ਉਹ ਇਹ ਨਹੀਂ ਕਿ ਹੁਣ ਹੋਇਆ, ਇਹ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਤੇ ਦੂਸਰਾ ਜਿਹੜਾ ਅਫਸਰਸ਼ਾਹੀ ਹੈ ਉਹ ਇੰਨੀ ਕੁ ਭਾਰੂ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਫਸਰਸ਼ਾਹੀ ਦੀ ਆਪਾਂ ਗੱਲ ਛੱਡ ਦਈਏ, ਕਿਉਂਕਿ ਮੈਂ ਖੁਦ ਸਰਪੰਚ ਰਹੀ ਹਾਂ, ਉਹ ਤੋਂ ਬਾਅਦ ਕਿਉਂਕਿ ਇੰਟਰਸਟ ਬਣ ਜਾਂਦਾ, ਜਿਸ ਕੰਮ ਨੂੰ ਤੁਸੀਂ ਕੀਤਾ ਹੋਵੇ ਨਾ, ਉਹ ਬਾਅਦ ਚ ਤੁਸੀਂ ਰਹੋ ਨਾ ਰਹੋ, ਪਰ ਤੁਹਾਡੀ ਦਿਲਚਸਪੀ ਜ਼ਰੂਰ ਹੁੰਦੀ ਹੈ। ਹਾਂ, ਤੇ ਮੈਂ ਲਗਾਤਾਰ ਇਸ ਚੀਜ਼ ਤੇ ਪੰਚਾਇਤੀ ਰਾਜ ਸੰਸਥਾਵਾਂ ਕਿਵੇਂ ਕੰਮ ਕਰ ਰਹੀਆਂ ਨੇ, ਅੱਗੇ ਜਾ ਰਹੀਆਂ ਨੇ, ਪਿੱਛੇ ਮਤਲਬ ਕੋਈ ਇਹਦੇ ਚ ਕੋਈ ਨਿਗਾਰ ਆਇਆ ਤਾਂ ਮੇਰੀ ਬਿਲਕੁਲ ਮੇਰੀ ਨਿਗਾਹ ਹੁੰਦੀ ਹੈ ਉਸ ਗੱਲ ਤੇ। ਤਾਂ ਮੈਂ ਇਹ ਸਮਝਦੀ ਕਿ ਮੇਰੇ ਹੁੰਦੇ ਵੀ ਇਹ ਗੱਲ ਸੀ, ਨਾਲ ਦੇ ਸਰਪੰਚਾਂ ਨਾਲ ਗੱਲਬਾਤ ਹੁੰਦੀ ਸੀ ਨਾ, ਕਿ ਅਫਸਰਾਂ ਦੀ ਜੇਕਰ ਗੱਲ ਛੱਡ ਦਈਏ ਨਾ, ਉਹ ਤਾਂ ਗੱਲ ਬਾਅਦ ਦੀ ਹੁੰਦੀ ਹੈ। ਅਫਸਰ ਜਿਹੜੇ ਸਰਪੰਚ ਨੇ ਉਹ ਬਹੁਤ ਘੱਟ ਨੇ। ਸਰਪੰਚ ਜਿਹੜੇ ਵਿਚਾਰੇ ਪੜ੍ਹੇ ਲਿਖੇ ਨੇ, ਪੜ੍ਹੇ ਲਿਖੇ ਵੀ ਆਉਂਦੇ ਨੇ ਤਾਂ ਉਨੀ ਨੌਲੇਜ ਦੇ ਨਾਲ ਨਹੀਂ ਆਉਂਦੇ ਉਹ, ਠੀਕ ਹੈ, ਪਰ ਉਹ ਆਉਂਦੇ ਹੀ ਉਹ ਐਡਾ ਕੁ ਗਲਬਾ ਉਹ ਬਣ ਜਾਂਦਾ ਉਹਨਾਂ ਦਾ, ਪੰਚਾਇਤ ਸਕੱਤਰਾਂ ਦਾ, ਉਹ ਇੰਨਾ ਕੁ ਡਰਾ ਦਿੰਦੇ ਨੇ। ਮੈਂ ਪੰਚਾਇਤ ਸਕੱਤਰਾਂ ਦੀ ਵੀ ਮੈਂ ਪੂਰੀ ਤਰ੍ਹਾਂ ਮੈਂ ਨਹੀਂ ਸਮਝਦੀ ਕਿ ਆਪਾਂ ਉਹਨਾਂ ਨੂੰ ਇਹ ਦੋਸ਼ੀ ਠਹਿਰਾਈਏ, ਕਿਉਂਕਿ ਉਹਨਾਂ ਦੇ ਅੱਗੇ ਤੋਂ ਅੱਗੇ ਪ੍ਰੈਸ਼ਰ ਜਿਹੜਾ ਹਾਇਰਾਰਕੀ ਚੱਲਦੀ ਹੈ ਨਾ ਜੀ, ਉਹ ਆਕਾ ਇਹੋ ਜਿਹੇ ਮਤਲਬ ਉਹਨਾਂ ਦੀਆਂ ਲਿਹਾਜ਼ਾਂ ਪਾਲਣੀਆਂ ਹੁੰਦੀਆਂ ਨੇ ਉਹਨਾਂ ਦੀਆਂ, ਹੈ ਨਾ, ਤੇ ਉਸ ਕਰਕੇ ਉਹ ਸਰਪੰਚਾਂ ਨੂੰ ਇਸ ਤਰੀਕੇ ਨਾਲ ਡਰਾ ਕੇ ਰੱਖਦੇ ਨੇ ਕਿ ਜੇਕਰ ਤੂੰ ਇਹ ਗਲਤੀ ਕਰਤੀ ਤਾਂ ਤੂੰ ਅੰਦਰ ਹੋ ਜਾਊਗਾ, ਤੂੰ ਸਸਪੈਂਡ ਹੋ ਜਾਊਗਾ। ਹੁਣ ਜਿਹੜਾ ਸਰਪੰਚ ਵਿਚਾਰਾ, ਚਾਹੇ ਹੁਣ ਹਾਲਾਤ ਐਵੇਂ ਦੇ ਨੇ, ਮੰਨਣ ਚ ਕੋਈ ਮੇਰੇ ਖਿਆਲ ਚ ਕੋਤਾਹੀ ਵੀ ਨਹੀਂ ਹੈ ਮੇਰੇ ਵੱਲੋਂ ਕਿ ਲੱਖਾਂ ਰੁਪਏ ਲਾ ਕੇ ਬੰਦਾ ਸਰਪੰਚ ਬਣਦਾ ਹੈ। ਦੂਸਰਾ, ਉਹਦੀ ਇੱਜ਼ਤ ਵੀ ਜੁੜੀ ਹੁੰਦੀ ਹੈ, ਸਰਪੰਚ ਬਣਨਾ ਇੱਕ ਇੱਜ਼ਤ ਜੁੜੀ ਹੁੰਦੀ ਹੈ ਨਾ, ਤੇ ਜਦੋਂ ਉਹ ਸਰਪੰਚੀ ਤੋਂ ਲੈਣ ਦੀ ਗੱਲ ਸੋਚਦਾ ਹੈ ਤਾਂ ਉਹ ਕਿਤੇ ਨਾ ਕਿਤੇ ਉਸ ਮੱਕੜ ਜਾਲ 'ਚ ਉਹ ਫਸ ਜਾਂਦਾ ਹੈ ਅਫਸਰਾਂ ਦੇ। ਤੇ ਇਹ ਜਿਹੜੀ ਜਿਵੇਂ ਸਰਦਾਰ ਹਮੀਰ ਸਿੰਘ ਉਹਨਾਂ ਨੇ ਗੱਲ ਕਰੀ ਹੈ ਖੁਦਕੁਸ਼ੀਆਂ ਦੀ, ਉਹ ਵਾਕਈ ਇਹ ਗੱਲ ਹੈ ਕਿ ਕਈ ਵਾਰ ਕੁਝ ਬੰਦੇ ਹੁੰਦੇ ਨੇ ਢੀਠ ਬਣ ਕੇ ਉਹ ਪ੍ਰੈਸ਼ਰ ਝੱਲ ਲੈਂਦੇ ਨੇ, ਪਰ ਕੁਝ ਇਮੋਸ਼ਨਲੀ ਇੰਨੇ ਕੁ ਵੀਕ ਹੁੰਦੇ ਨੇ ਜਾਂ ਗਲਤ ਕੰਮ ਕਰਨ ਤੋਂ ਉਹ ਸਾਹਮਣਾ ਕਰਨ ਦੀ ਬਜਾਏ ਉਹ ਉਸ ਚੀਜ਼ ਨੂੰ ਮਤਲਬ ਝੱਲ ਨਹੀਂ ਸਕਦੇ ਤੇ ਉਹ ਖੁਦਕੁਸ਼ੀ ਵਾਲੇ ਰਾਹ ਤੁਰ ਪੈਂਦੇ ਨੇ। ਹਮੀਰ ਭਾਜੀ, ਕੀ ਇਹ ਵੀ ਹੈ ਕਿ ਜਿਵੇਂ ਬੀਬੀ ਜੀ ਉਹਨਾਂ ਨੇ ਕਿਹਾ ਕਿ ਚਾਹੇ ਉਹ ਸਕੱਤਰ ਨੇ ਬਣਨਾ ਤਾਂ ਉਹਨੇ ਸਹਾਇਕ ਹੁੰਦਾ, ਬਣ ਉਹੀ ਸਰਪੰਚ ਜਾਂਦੇ ਨੇ, ਉਹੀ ਪੰਚਾਇਤਾਂ ਨੂੰ ਚਲਾਉਣ ਲੱਗ ਜਾਂਦੇ ਨੇ, ਤੇ ਦੂਸਰਾ ਇੱਕ ਐਮਐਲਏਆਂ ਦਾ ਜਿਹੜਾ ਗਲਬਾ ਹੈ ਅੱਜ ਕੱਲ, ਮਤਲਬ ਕਿ ਪਿੰਡ ਦੇ ਸਰਪੰਚ ਦੇ ਉੱਤੇ ਕਿ ਮੇਰੀ ਰੈਲੀ 'ਚ ਤੂੰ ਬੰਦੇ ਲੈ ਕੇ ਆ, ਮੇਰੀ ਰੈਲੀਆਂ 'ਚ ਬੰਦੇ ਟੋ, ਮੇਰੇ ਲਈ ਪਿੰਡ 'ਚ ਆਹ ਪ੍ਰਬੰਧ ਕਰ, ਜਾਂ ਸਾਡੇ ਲਈ ਫੰਡ ਦਾ ਕ੍ਰੀਏਟ ਕਰ। ਕੀ ਸਰਪੰਚ ਪਿੰਡ ਤੋਂ ਭਟਕ ਜਾਂਦਾ, ਪੰਚਾਇਤ ਤੋਂ ਭਟਕ ਜਾਂਦਾ, ਜਾਂ ਪਿੰਡ ਦੇ ਲੋਕਾਂ ਤੋਂ ਟੁੱਟਣ ਦਾ ਵੀ ਇੱਕ ਪਹਿਲੂ ਹੈ ਕਿ ਉਹ ਦੂਸਰੇ ਪਾਸੇ ਚਲਾ ਜਾਂਦਾ? ਨਹੀਂ, ਇੱਕ ਤਾਂ ਲੰਮੇ ਸਮੇਂ ਤੋਂ ਅਸੀਂ ਨਾ ਹੁਣ ਪਿੰਡ ਦੀ ਪੰਚਾਇਤ ਚੁਣਦੇ ਹੀ ਨਹੀਂ, ਅਸੀਂ ਧੜੇ ਦੀ ਪੰਚਾਇਤ ਚੁਣਦੇ। ਹਾਂ, ਅਸੀਂ ਉਹਨੂੰ ਪਾਰਟੀ ਕਹੋ ਜਾਂ ਧੜਾ ਕਹੋ, ਪਾਰਟੀ ਦੀ ਵੀ ਨਹੀਂ ਹੁੰਦੀ ਉਹ ਧੜਾ ਵੀ, ਇੱਕ ਪਾਰਟੀ 'ਚ ਵੀ ਦੋ ਧੜੇ ਪਿੰਡ 'ਚ ਤਿੰਨ ਧੜੇ ਆ ਪਾਰਟੀਆਂ। ਧੜੇ ਦੀ ਪੰਚਾਇਤ ਚੁਣਦੇ। ਜਦੋਂ ਧੜੇ ਦੀ ਚੁਣੀ ਜਾਓ, ਜਿਵੇਂ ਕਹਿੰਦੇ ਨੇ ਜੇ ਧਰਮ ਨਾਲੋਂ ਧੜਾ ਪਿਆਰਾ ਹੋ ਜੇ, ਇਨਸਾਫ ਤਾਂ ਹੁੰਦਾ ਨਹੀਂ ਨਾ, ਉਸ ਪਾਸੇ ਤਾਂ ਚੱਲਦਾ ਨਹੀਂ ਕੰਮ। ਔਰ ਦੂਜੀ ਗੱਲ ਇਹ ਹੈ ਕਿ ਉਹ ਜਿਹੜਾ ਪੰਚਾਇਤ ਸੈਕਟਰੀ ਹੈ, ਹਾਲਾਂਕਿ ਉਹ ਸਰਪੰਚ ਪ੍ਰਤੀ ਜਵਾਬਦੇਹ, ਪਿੰਡ ਦੀ ਪੰਚਾਇਤ, ਪਿੰਡ ਦੀ ਗ੍ਰਾਮ ਸਭਾ ਲਈ ਹੋਣਾ ਚਾਹੀਦਾ, ਉਹਦੇ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ, ਪਰ ਉਹ ਜਵਾਬਦੇਹ ਕਿੱਥੇ? ਬੀਡੀਪੀਓ ਪ੍ਰਤੀ। ਉਹ ਜਵਾਬਦੇਹ ਬੀਡੀਪੀਓ ਕਿਹਦੇ ਪ੍ਰਤੀ ਹੈ? ਉਹ ਹਲਕਾ ਇੰਚਾਰਜ ਪ੍ਰਤੀ ਜਾਂ ਐਮਐਲਏ ਪ੍ਰਤੀ ਜਾਂ ਮਿਨਿਸਟਰ ਪ੍ਰਤੀ, ਜਾਂ ਬਾਕੀ ਤਾਂ ਕਿਸੇ ਨੂੰ ਕੋਈ ਦੇਖਦਾ ਹੀ ਨਹੀਂ। ਹੋਰ ਇਹਦੇ ਨਾਲੋਂ ਵੀ ਜੇ ਗੱਲ ਰਲ ਕੇ ਜਿਹੜੀ ਇਹ ਮਜਬੂਰ ਕਰਦੀ ਹੈ, ਕਿੱਥੇ ਘਪਲਾ ਸਟਾਰਟ ਹੋ ਜਾਂਦਾ ਹੈ। ਇੱਕ ਤਾਂ ਹੋ ਜਾਂਦਾ ਕਿ ਪੰਚਾਇਤੀ ਇਲੈਕਸ਼ਨ ਵੀ ਜੇ ਐਮਐਲਏ ਦੀ ਤਰ੍ਹਾਂ ਪੈਸੇ ਖਰਚ ਕੇ ਜਿੱਤੀ ਜਾਊਗੀ ਤਾਂ ਪੈਸੇ ਬਣਾਏ ਵੀ ਜਾਣਗੇ, ਕਿਸੇ ਦੇ ਘਰ ਦਫ਼ਤਰ ਹੀ ਲੱਗਿਆ ਜੇ ਤੋੜ ਲਾਈ ਜਾਊਗੀ, ਜਿਹੜਾ ਲਾ ਰਿਹਾ ਅਗਲਾ। ਦੂਜਾ ਇੱਕ ਬਿਲਕੁਲ ਜੱਗੋ ਤੇਰਵੀਂ ਗੱਲ ਇਹ ਹੋ ਰਹੀ ਹੈ ਕਿ ਹੁਣ ਰੇਟ ਨੇ ਜਿਹੜੇ ਮਤਲਬ ਮੰਡੀ ਦੇ ਵਿੱਚ ਜਿਹੜੇ ਕੰਮ ਪੰਚਾਇਤ ਨੇ ਕਰਾਉਣੇ ਜੀ, ਮੰਨ ਲਓ ਰੇਤਾ ਹੈ, ਮੈਂ ਪਟਿਆਲੇ ਜ਼ਿਲ੍ਹੇ ਦਾ ਜੇ ਤੁਹਾਨੂੰ ਹਿਸਾਬ ਦੇਵਾਂ, ਹਰ ਜ਼ਿਲ੍ਹੇ ਦਾ ਡੀਸੀ ਅਲੱਗ-ਅਲੱਗ ਡੀਸੀ ਰੇਟ ਤੈਅ ਕਰਦਾ। ਤੇ ਅੱਜ ਕੱਲ ਪਟਿਆਲੇ ਦੇ ਡੀਸੀ ਨੇ ਜਿਹੜਾ ਰੇਟ ਤੈਅ ਕੀਤਾ ਹੋਇਆ, ਉਹ ਕਹਿੰਦੇ 20 ਰੁਪਏ ਫੁੱਟ ਤੁਸੀਂ ਰੇਤਾ ਲੈ ਸਕਦੇ। 40 ਤੋਂ ਘੱਟ ਡੀਸੀ ਸਾਹਿਬ ਦਵਾ ਕੇ ਦਿਖਾਉਣ, ਜਿਹੜਾ ਵੀ ਮਿਲਦਾ ਹੀ ਨਹੀਂਗਾ ਕਿਤੇ, ਕਿੱਥੋਂ ਮਿਲਦਾ, ਤੇ 20 ਰੁਪਏ ਕਿੱਥੋਂ ਪੈਣਗੇ? ਫਿਰ ਕਹਿੰਦੇ ਨੇ ਸੈਕਟਰੀ ਜਾਂ ਜਿਹੜਾ ਵੀ ਬੰਦਾ ਦੂਜਾ ਵੀ ਆਪਾਂ ਡਬਲ ਪਾ ਦਾਂਗੇ ਜੀ, ਕੋਈ ਗੱਲ ਨਹੀਂ, ਰੇਤਾ ਹੀ ਵੱਧ ਪਾ ਦਾਂਗੇ, ਰੇਤਾ ਵੱਧ ਪਾ ਦਾਂਗੇ। ਇਹ ਜਿਹਾ ਫਿਰ ਅਗਲਾ ਵੱਧ ਪਾਉਣ ਦੇ ਚੱਕਰ ਚ ਆਪਣਾ ਵੀਸਾ ਪਾ ਲੈਂਦਾ ਵਿੱਚ। ਇੱਟਾਂ ਦਾ ਰੇਟ ਹੈ 6678 ਹਾਂ,
ਤੇ 7000 ਤੋਂ ਘੱਟ ਕਿਤੇ ਇੱਟ ਲੈ ਕੇ ਦਿਖਾਓ, ਲੈ ਕੇ ਦਿਖਾਓ। ਜਾਂਦੀ ਆ ਉਹਨਾਂ ਹਾਂ। ਜਗ੍ਹਾ ਮਜ਼ਦੂਰੀ ਦਾ ਰੇਟ ਲਾ ਹੂੰ। ਦੋ, ਮਜ਼ਦੂਰੀ ਮਿਸਤਰੀ ਦਾ ਰੇਟ ਹੈ 400 ਰੁਪਏ, ਹਾਂ। 400 ਰੁਪਏ ਨੂੰ ਲੇਬਰਰ ਨਹੀਂ ਮਿਲਦਾ। ਨਹੀਂ ਮਿਸਤਰੀ ਮਿਲਦਾ। ਅੱਜ ਕੱਲ ਕਿਵੇਂ ਹੂੰ। ਤੁਹਾਨੂੰ ਇਸ ਲੈਵਲ ਤੇ ਪਏਗਾ? ਫਿਰ ਤੁਸੀਂ ਬੰਦੇ ਬੰਦ ਦਿਖਾਓਗੇ। ਪਹਿਲੀ ਗੱਲ ਨਹੀਂ, ਇਹ ਕਿਉਂ ਰੱਖਿਆ ਅੰਗਰੇਜ਼ਾਂ ਵਾਲਾ ਗੁਲਾਮੀ ਵਾਲਾ ਸਿਸਟਮ ਹੂੰ। ਕਿ ਡੀਸੀ ਤੈਅ ਕਰੂਗਾ, ਹਾਂ ਜਦ ਪੂਰੀ ਸਰਕਾਰ ਦੀ ਜਿਹੜੀ ਖਰੀਦੋ ਫਰੋਖਤ ਵੈਸੇ ਹੁੰਦੀ ਹੈ ਉਹ ਹੂੰ। ਦੋ ਤਰੀਕਿਆਂ ਨਾਲ। ਬਿਲਕੁਲ। ਜਿਹੜੇ ਵੱਡਾ ਮਾਲ ਕੋਈ ਖਰੀਦਣਾ ਹੈ, ਉਹਦੇ ਟੈਂਡਰ ਲੈ ਕਾਲ ਕੀਤੇ ਜਾਂਦੇ ਜੀ, ਨੇ, ਜੀ। ਜਿਹੜਾ ਛੋਟਾ ਉਹਦੀਆਂ ਕੋਟੇਸ਼ਨਾਂ ਲਈਆਂ ਜਾਂਦੀਆਂ। ਹਾਂ ਨਾ ਇਹ ਚ ਕੋਟੇਸ਼ਨ ਲਈ ਜਾਂਦੀ ਹੈ ਨਾ ਚ ਟੈਂਡਰ ਕੀਤਾ ਨਾ ਜਾਂਦਾ। ਟੈਂਡਰ ਡੀਸੀ ਸਾਹਿਬ ਨੇ, ਹੂੰ। ਜਾਂ ਤਾਂ ਡੀਸੀ ਦੇ ਗਲ ਪਾ ਦੇਣ ਸਾਰੇ ਲਿਜਾ ਕੇ, ਭਾਈ ਸਾਡੇ ਤਾਂ ਇੰਨੇ ਦਾ ਹੈ ਤੇ ਨਹੀਂ, ਮਾਲ ਤੂੰ ਲਿਆ ਦਿਆ ਕਰ। ਜਾਂ ਤਾਂ ਤੂੰ ਲਿਆ ਕੇ ਦੇ ਦੇ। ਹਾਂ। ਜਾਂ ਇਹ ਰੂਲ ਕਿਉਂ ਨਹੀਂ ਬਦਲਿਆ ਜਾਂਦਾ ਹੂੰ। ਕਿ ਤੁਸੀਂ ਪਿੰਡ ਦੇ ਵਿੱਚ ਵੀ ਕੋਟੇਸ਼ਨਾਂ ਲਓ ਜਾਂ ਟੈਂਡਰ ਕਾਲ ਕਰੋ, ਉਹਦੇ ਚੋਂ ਜਿਹੜਾ ਬੰਦਾ ਤੁਹਾਨੂੰ ਸਸਤਾ ਲੱਗਦਾ ਹੈ ਉਹਦੇ ਤੋਂ ਤੁਸੀਂ ਲੈ ਲਓ, ਜੋ ਵੀ ਮਾਰਕੀਟ ਦੇ ਵਿੱਚ ਕਿਹਨੂੰ ਨਹੀਂ ਪਤਾ ਮਾਰਕੀਟ ਰੇਟ ਹੈ। ਮਤਲਬ ਉਹ ਬੁਨਿਆਦ ਗਲਤ ਬਿੱਲ ਪਾਉਣ ਦੀ ਅਸੀਂ ਸਟਾਰਟ ਕਰਾ ਲਈ। ਹੂੰ। ਉਹਦੇ ਨਾਲ ਫਿਰ ਅਫਸਰ ਤੇ ਉੱਥੇ ਸਾਈਨ ਤਾਂ ਸਰਪੰਚ ਦੇ ਹੁੰਦੇ ਨੇ, ਹਾਂ ਮਤਾ ਤਾਂ ਸਰਪੰਚ ਦਾ ਨਹੀਂ ਹੈ, ਪਾਇਆ। ਤੇ ਫਿਰ ਉਹ ਬਲੈਕਮੇਲ ਹੁੰਦਾ ਇਸ ਤੋਂ ਬਾਅਦ ਹੂੰ। ਵੀ ਦੇਖੋ ਜੀ ਆਹ ਤਾਂ ਗਲਤ ਕੀਤਾ। ਅਗਲੀ ਗੱਲ ਇੱਕ ਇਹ ਹੈ, ਜੇਈ ਪ੍ਰੋਜੈਕਟ ਦੇਖਣ ਜਾਂਦਾ ਹਾਂ ਜੀ। ਮੈਂ ਪਾਸ ਕਰਦਾ ਜਾਂ ਨਹੀਂ, ਹੂੰ। ਇਹ ਤਾਂ ਡਿਮਾਰਚੀ ਜੇਈ ਤੇ ਪੈਣਾ ਚਾਹੀਦਾ, ਉਹਨੂੰ ਪ੍ਰੋਜੈਕਟ ਪਹਿਲਾਂ ਬਣਾਉਣਾ ਚਾਹੀਦਾ, ਹਾਂ ਬਾਅਦ ਦੇ ਇਹ- ਵਿੱਚੋਂ ਦੇਖਣ ਕਿਉਂ ਇਹ ਪੈਮਾਨੇ ਆ ਨੇ। ਕਿਉਂਕਿ ਉਹ ਟੈਕਨੀਕਲ ਆਦਮੀ ਹੈ, ਹਾਂ। ਉਹਦੇ ਮਾਪਦੰਡ ਕਿੰਨਾ ਪੈਸਾ ਖਰਚ ਹੋਊ, ਕਿੰਨੀ ਗੱਲ ਹੋਏਗੀ, ਹਾਂ। ਇਹ ਸਾਰਾ ਕੁਝ ਜੇਈ ਦੀ ਜ਼ਿੰਮੇਵਾਰੀ ਹੈ। ਹੂੰ। ਤੇ ਉਹਦੇ ਤੋਂ ਕਿਉਂ ਨਹੀਂ ਪੁੱਛਿਆ ਜਾਂਦਾ ਜੀ ਜੇਕਰ ਇਹ ਚੀਜ਼ਾਂ ਜਾਂਦੀਆਂ ਨੇ? ਇਸ ਕਰਕੇ ਇੱਕ ਤਾਂ ਇਹ ਹੈ, ਔਰ ਇੱਕ ਟੈਕਨੀਕਲ ਇਹ ਕੁਝ ਗੱਲਾਂ ਨੇ ਜਿਹਦੇ ਤੇ ਪੰਚਾਇਤਾਂ ਵੀ ਨਹੀਂ ਬੋਲ ਰਹੀਆਂ, ਮੇਰਾ ਤਾਂ ਖਿਆਲ ਹੈ, ਜਿਹਦੇ ਤੇ ਬਾਕੀ ਵੀ ਨਹੀਂ। ਫਿਰ ਅਗਲੀ ਗੱਲ ਇੱਕ ਇਹ ਹੈ, ਪਹਿਲਾਂ 20% ਸੀ, ਹੁਣ 30% ਹੈ। ਪਿੰਡ ਦੀ ਆਪਦੀ ਆਮਦਨ ਜਿਹੜੀ ਸਾਮਲਾਟ ਦੀ ਬੋਲੀ ਚੋਂ ਹੈ, ਉਹ ਸਰਕਾਰਾਂ ਲੈ ਰਹੀਆਂ। ਹਾਂ, ਉਹ ਚੋਂ 100 ਚੋਂ 30 ਰੁਪਏ ਉਹ ਲੈ ਜਾਂਦੇ ਨੇ, ਸਰਕਾਰ ਲੈ ਜਾਂਦੀ ਹੈ। ਕਹਿੰਦੇ ਜੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਨੇ, ਹਾਂ। ਇਹ ਭਾਈ ਬਾਈਟ ਚੋਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ? ਹੂੰ। ਵੀ ਉਹ ਕਹਿੰਦੇ ਜੀ ਪਿੰਡਾਂ ਨੂੰ ਅਸੀਂ ਲੱਖਾਂ ਰੁਪਏ ਗ੍ਰਾਂਟ, ਉਹਦਾ ਤਾਂ ਛੱਡ ਦਿਓ, ਪਿੰਡ ਨੂੰ ਗ੍ਰਾਂਟ ਤਾਂ ਆਈ ਨਹੀਂ ਪਿਛਲੇ ਉਹਦੇ ਵਾਲਾ ਸਾਲ। ਤਾਂ ਛੱਡ ਦਿਓ ਜਿਹੜਾ ਤੁਸੀਂ ਛੱਡਦੇ ਨਹੀਂ। ਇਹ ਜਿਹੜੀਆਂ ਚੀਜ਼ਾਂ ਨੇ ਨਾ ਟੈਕਨੀਕਲੀ, ਜਿੱਥੇ ਸਰਪੰਚਾਂ ਦੀ ਪੰਚਾਇਤਾਂ ਦੀ ਵੀ ਜ਼ਿੰਮੇਵਾਰੀ ਹੈ ਹੂੰ। ਕਿ ਉਹ ਕਿਉਂ ਇਹ ਚੁਣੇ ਹੋਏ ਨੁਮਾਇੰਦੇ ਚੇਤਨ ਹੋ ਕੇ ਆਪਣੀ ਆਵਾਜ਼ ਆਪ ਨਹੀਂ ਉਠਾਉਂਦੇ। 1 ਲੱਖ ਨੁਮਾਇੰਦਾ ਹੈ, ਬਿਲਕੁਲ। 13,327 ਸਰਪੰਚ ਨੇ, ਸਰਪੰਚ ਨੇ 97,000 ਪੰਚ ਹੈ, ਹੂੰ। ਤੇ ਉਹਦੇ ਚ 3,000 ਦੇ ਕਰੀਬ ਬਲਾਕ ਸਮਿਤੀ ਮੈਂਬਰ ਹੈ, ਬਰ 327 ਜਾਂ 29 ਜ਼ਿਲ੍ਹਾ ਪਰਿਸ਼ਦ ਮੈਂਬਰ ਨੇ। ਇਹ ਸਾਰੇ ਇਕੱਠੇ ਹੋ ਜਾਣ। ਜੇ ਇਕੱਠੇ ਹੋ ਕੇ ਲੀਡ ਕਰਨ, ਹੂੰ। ਪਰ ਇਕੱਠੇ ਕੌਣ ਹੋਊਗਾ? ਕਿਉਂਕਿ ਇਹ ਤਾਂ ਮੈਂ ਫਲਾਣੇ ਲੀਡਰ ਨਾਲ, ਮੈਂ ਫਲਾਣੇ ਧੜੇ ਨਾਲ, ਮੈਂ ਫਲਾਣੇ, ਇਹ ਸਾਰਾ ਸਵਾਲ ਹੈ। ਮੇਰਾ ਖਿਆਲ ਹੈ ਇਹ ਬੈਕਗ੍ਰਾਉਂਡ ਦੇ ਵਿੱਚੋਂ ਉਸ ਸਿਆਸਤ ਨੂੰ ਜਨਮ ਦਿੰਦਾ ਜਿਹੜੀ ਮੋਨੋਪੋਲੀ ਹੈ, ਜਿਹੜੀ ਮਿਲ ਕੇ ਛਕਣ ਦੀ ਗੱਲ ਕਰਦੀ ਹੈ, ਹੂੰ। ਜਿਹੜੀ ਲੋਕਾਂ ਦੇ ਕੰਮ ਨਹੀਂ ਕਰਦੀ। ਜੇ ਨਿਰਪੱਖਤਾ ਨਾਲ ਹੋਵੇ ਤਾਂ ਸਰਪੰਚ ਪਿੰਡਾਂ 'ਚ ਗ੍ਰਾਮ ਸਭਾ ਬਣਾਉਣ। ਦਸੰਬਰ ਦਾ ਮਹੀਨਾ ਹੈ, ਹਾਂ ਬਾਜੀ ਮੈਂ ਆਉਣਾ ਗ੍ਰਾਮ ਸਭਾ ਵਾਲੇ। ਸੌਣੀ ਦਾ ਮਤਲਬ ਅਜਲਾਸ ਹੋਣੇ ਹੁੰਦੇ ਨੇ, ਉਹਨਾਂ ਤੋਂ ਕਿਉਂ ਭੱਜਦੇ ਨੇ ਸਾਰੇ ਲੋਕ? ਮੈਂ ਗ੍ਰਾਮ ਸਭਾ ਵਾਲੇ ਤੇ ਆਉਣਾ। ਮੈਂ ਪਹਿਲਾਂ ਸਰਪੰਚੀ ਵਾਲੇ ਤੇ ਇੱਕ ਸਵਾਲ ਵੀ ਹੋਰ ਲੈਣਾ ਚਾਹੁੰਦਾ। ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਜਿਵੇਂ ਤੁਸੀਂ ਵੀ ਦੌਰ 'ਚ ਸਰਪੰਚੀ ਕੀਤੀ, ਤੁਸੀਂ ਕਹਿੰਦੇ ਮੈਂ ਅੱਜ ਵੀ ਉਹ ਸੰਪਰਕ 'ਚ ਰਹਿਣੀ ਆ, ਉਹਦੇ ਤੇ ਨਜ਼ਰਸਾਨੀ ਰੱਖਦੀਆਂ, ਕਿ ਅਜਿਹੇ ਦਬਾਅ ਤੁਹਾਨੂੰ ਵੀ ਚੱਲਣੇ ਪਏ ਨੇ ਜਾਂ ਤੁਹਾਡੇ ਸਾਥੀ ਜਾਣ ਪਛਾਣ ਵਾਲੇ ਸਰਪੰਚਾਂ ਨੂੰ ਵੀ ਚੱਲਣੇ ਪੈਂਦੇ ਨੇ? ਕਿ ਇਹ ਅਕਾਲੀ, ਕਾਂਗਰਸੀ ਤੇ ਹੁਣ ਆਪ ਇਸ ਦੇ ਦੌਰ 'ਚ ਕੁਝ ਬਦਲਿਆ ਵੀ ਹੈ ਕਿ ਉਹੀ ਤਰੀਕਾ ਹੈ? ਕੁਝ ਨਹੀਂ ਬਦਲਿਆ, ਸਿਰਫ ਉਹੀ ਜਿਵੇਂ ਕਹਿ ਲਓ ਵੀ ਜਿਵੇਂ ਕਹਿੰਦੇ ਆ ਵੀ ਬੋਤਲਾਂ ਹੀ ਬੋਤਲ ਉਹੀ ਮਤਲਬ ਸ਼ਰਾਬ ਨਹੀਂ ਬਦਲੀ, ਬੋਤਲਾਂ ਬਦਲ ਗਈਆਂ ਨੇ। ਇਹ ਚੀਜ਼ ਉਹੀ ਹੈ। ਇਹਦੇ 'ਚ ਮੈਨੂੰ ਵੀ ਦਬਾਅ ਝੱਲਣੇ ਪਏ ਨੇ, ਤੇ ਮੇਰੇ ਤੋਂ ਹੁਣ ਇਵਨ ਪਿਛਲੇ ਸਮਿਆਂ 'ਚ ਸਾਲ 2 ਸਾਲ ਦੀ ਗੱਲ ਲਾ ਲਓ ਤਾਂ ਮੇਰੇ ਇਲਾਕੇ 'ਚ ਖਾਸ ਕਰਕੇ, ਕਿਉਂਕਿ ਮੇਰਾ ਜ਼ਿਲ੍ਹਾ ਪੈਂਦਾ ਮੋਹਾਲੀ ਚੰਡੀਗੜ੍ਹ ਦੀਆਂ ਜੜ੍ਹਾਂ 'ਚ, ਔਰ ਆਪਾਂ ਹੁਣ ਵੀ ਦੇਖਿਆ ਹੈ ਸੁਪਰੀਮ ਕੋਰਟ ਦੇ ਹੁਕਮ ਵੀ ਹੋਏ ਸੀ ਕਿ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਬੜੀ ਚੰਡੀਗੜ੍ਹ ਦੀਆਂ ਜੜ੍ਹਾਂ 'ਚ ਹੈ, ਕਿਵੇਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਵੱਡੇ ਲੋਕਾਂ ਨੇ ਮਤਲਬ ਅੱਖ ਨਹੀਂ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ, ਰਾਜਨੀਤਿਕ ਲੋਕਾਂ ਦੇ ਕਬਜ਼ੇ ਸੀ, ਵੱਡੇ ਅਫਸਰਾਂ ਦੇ ਕਬਜ਼ੇ ਸੀ ਪੰਚਾਇਤਾਂ ਦੀਆਂ ਜ਼ਮੀਨਾਂ ਤੇ। ਉਹ ਕਿਵੇਂ ਕਰਵਾਉਂਦੇ ਨੇ? ਤੇ ਜਦੋਂ ਕੋਈ ਕਾਰਵਾਈ ਹੋਣੀ ਹੈ ਫਿਰ ਉਸ ਵਕਤ ਸਰਪੰਚ ਕੌਣ ਸੀ ਜੀ? ਉਸ ਵਕਤ ਉਹਨਾਂ ਤੇ ਹੁੰਦੀ ਹੈ। ਪਰ ਹੁੰਦਾ ਕਿਵੇਂ ਹੈ? ਜਦੋਂ ਮੈਂ ਆਪਣੀ ਜੇਕਰ ਉਦਾਹਰਨ ਦੱਸਾਂ, ਮੇਰੇ ਪਿੰਡ ਤੇ, ਕਿਉਂਕਿ ਚੰਡੀਗੜ੍ਹ ਰੋਡ ਤੇ ਪਿੰਡ ਪੈਂਦਾ, ਮੇਨ ਰੋਡ ਹੈ ਜਿਹੜਾ, ਉੱਥੇ ਇੱਕ ਬਹੁਤ ਵੱਡਾ ਅੱਜ ਵੀ ਟੋਭਾ ਕਾਇਮ ਹੈ। ਉਹ ਜਦੋਂ ਮੈਂ ਸਰਪੰਚ, ਉਹ ਆਖਰੀ ਦੌਰ ਸੀ, ਤਾਂ ਡਾਇਰੈਕਟਰ ਮੇਰੇ ਹੁਣ ਦਿਮਾਗ 'ਚ ਯਾਦ ਨਹੀਂ ਹੈਗਾ ਕਿਹੜੇ ਅਫਸਰ ਸੀ, ਉਹਨਾਂ ਨੇ ਵੀ ਮੇਰੇ ਤੇ ਪ੍ਰੈਸ਼ਰਾਈਜ਼ ਮੈਨੂੰ ਕਰਨਾ ਸ਼ੁਰੂ ਕੀਤਾ ਸੀ ਕਿ ਇਹ ਟੋਭੇ ਨੂੰ ਉਹ ਕਿਸੇ NGO ਨੂੰ ਦੇਣਾ ਚਾਹੁੰਦੇ ਸੀ। ਅੱਛਾ। NGO ਕਿਹਨਾਂ ਲੋਕਾਂ ਦੀਆਂ NGOs ਆਪਾਂ ਦੇਖਦੇ ਹਾਂ ਪੰਜਾਬ 'ਚ ਕਿਸ ਤਰ੍ਹਾਂ ਦੀਆਂ NGOs ਨੇ। ਪਿਛਲੇ ਸਮਿਆਂ ਦੇ ਦੌਰਾਨ ਮੇਰੇ ਇਲਾਕੇ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ, ਚਾਹੇ ਉਹ ਰਾਜਨੀਤਿਕ ਲੋਕਾਂ ਦੇ ਨੇੜਲੇ ਬੰਦੇ ਸੀ, ਚਾਹੇ ਅਫਸਰਾਂ ਦੇ ਨੇੜਲੇ ਬੰਦੇ ਸੀ, 4-4, 5-5 ਏਕੜ ਜ਼ਮੀਨ ਫਰਜ਼ੀ NGOs ਬਣਾ ਕੇ ਉਹਨਾਂ ਨੇ 33 ਸਾਲ 99 ਸਾਲ ਦੇ ਪੱਟੇ ਤੇ ਲਈ। ਮਤਲਬ ਪੰਚਾਇਤਾਂ ਦੇ ਇੰਨਾ ਕੁ ਪ੍ਰੈਸ਼ਰ ਹੁੰਦਾ ਸੀ ਕਿ ਪੰਚਾਇਤਾਂ ਪ੍ਰੈਸ਼ਰ ਨਹੀਂ ਚੱਲ ਸਕਦੀਆਂ। ਕਈ ਥਾਂ ਝੱਲਿਆ ਵੀ ਹੈ। ਬੜੇ ਸਭ ਤੋਂ ਵੱਡਾ ਉਦਾਹਰਨ ਹੈ 에어ਪੋਰਟ ਰੋਡ ਤੇ। ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਪਿਛਲੇ ਸਮੇਂ ਦੇ ਦੌਰਾਨ ਬੜੀ ਪਿੰਡ ਹੈ, ਇੱਕ ਛੋਟਾ ਜਿਹਾ ਪਿੰਡ ਹੈ, 에어ਪੋਰਟ ਰੋਡ ਦੇ ਵਿੱਚ ਉਹਦੀ ਜ਼ਮੀਨ ਆ ਗਈ, ਪੰਚਾਇਤ ਦੀ ਜ਼ਮੀਨ ਸੀ 10-12 ਕਿੱਲੇ, ਤੇ ਮੌਜੂਦਾ ਜੋ ਸਿਹਤ ਮੰਤਰੀ ਸੀ ਸਾਡੇ, ਮੌਜੂਦਾ MLA ਵੀ ਸੀ ਉਹ, ਤੇ ਉਹਨਾਂ ਨੇ ਕਿਸੇ ਹਸਪੀਟਲ ਦੇ ਨਾਲ ਸਾਂਠ-ਗਾਂਠ ਕਰਕੇ ਫ੍ਰੀ ਦੇ ਵਿੱਚ, ਜਿਹੜੀ ਕਿ ਅਰਬਾਂ ਦੀ ਪ੍ਰਾਪਰਟੀ ਹੈ, 에어ਪੋਰਟ ਰੋਡ ਦੇ ਕੋਈ ਹੁਣ ਕਰੋੜਾਂ 'ਚ ਵੀ ਨਹੀਂ
ਕਹਿ ਸਕਦੇ ਅਸੀਂ ਅਰਬਾਂ ਦੀ ਪ੍ਰਾਪਰਟੀ ਹੈ। ਉਹ ਇੱਕ ਹਸਪੀਟਲ ਨੂੰ ਨੋਮੀਨਲ ਤੇ ਰੇਟ ਤੇ 33 ਸਾਲ ਦੇ ਪੱਟੇ ਤੇ ਦੇਣ ਦੀ ਮਤਲਬ ਲਿਖਤ ਲਿਖਾ ਹੋ ਗਿਆ ਸੀ ਸਾਰਾ। ਉਹ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਧਰਨੇ ਮੁਜ਼ਾਹਰੇ ਕੀਤੇ, ਦੂਜੀਆਂ ਪਾਰਟੀਆਂ ਸਾਥ ਆਈਆਂ ਤੇ ਉਹ ਜ਼ਮੀਨ ਅਸੀਂ ਬਚਾਉਣ 'ਚ ਕਾਮਯਾਬ ਰਹੇ। ਐਵੇਂ ਖਰੜ ਏਰੀਏ 'ਚ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ। ਤਾਂ ਇਹ ਹੈਗਾ ਕਿ ਰਾਜਨੀਤਿਕ ਲੋਕ ਨੇ ਜਿਹੜੇ ਹੋਰ ਨੇ ਚੀਜ਼ਾਂ। ਉਹੀ ਗੱਲ ਵੀ ਤੁਸੀਂ ਰਾਜਨੀਤਿਕ ਪਾਰਟੀ ਨਾਲ ਵੀ ਸੰਬੰਧ ਰੱਖਦੇ ਹੋ, ਤੁਸੀਂ ਅਕਾਲੀ ਦਲ ਨਾਲ ਵੀ ਜੁੜੇ ਹੋ, ਕਿ ਉਸ ਪਾਰਟੀ ਦੇ ਰਾਜ 'ਚ ਉਹ ਲੀਡਰਾਂ ਦਾ ਦਬਾਅ ਹੋਰ ਤਰ੍ਹਾਂ ਦਾ ਹੁੰਦਾ ਸੀ ਤੇ ਜਦੋਂ ਦੂਸਰੀ ਪਾਰਟੀ ਦੀ ਸਰਕਾਰ ਆ ਗਈ ਉਹਨਾਂ ਦਬਾਅ ਦੋਏ ਤਰ੍ਹਾਂ ਦੀ ਮਨਸ਼ਾ ਇੱਕੋ ਤਰ੍ਹਾਂ ਦੀ ਰਹੀ ਹੈ ਤੇ ਹੁਣ ਵਾਲੀ ਸਰਕਾਰ ਦੇ ਜਿਹਦਾ ਖੁਦਕੁਸ਼ੀਆਂ ਵੀ ਹੋ ਰਹੀਆਂ। ਚਲੋ ਮੈਂ ਬਿਲਕੁਲ ਇਹ ਬੇਸ਼ੱਕ ਇੱਕ ਫॉर ਦੀ ਸੇਕ ਆਫ ਵਿਰੋਧ ਕਹਿ ਲਓ ਬੋਲਦੇ ਰਹੇ ਨੇ, ਦੋਵੇਂ ਪਾਰਟੀਆਂ ਬੋਲਦੀਆਂ ਨੇ, ਪਰ ਮੈਨੂੰ ਇਹ ਗੱਲ ਮੰਨਣ 'ਚ ਕੋਈ ਗੁਰੇਜ਼ ਨਹੀਂ ਹੈਗਾ ਕਿ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਸਾਰੇ। ਤਾਂ ਕਿਉਂਕਿ ਅਦਰਵਾਈਜ਼ ਤਾਂ ਜਦੋਂ ਐਡੇ ਵੱਡੀਆਂ ਗੱਲਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਤਾਂ ਤੁਸੀਂ ਉਸ ਤਰੀਕੇ ਨਾਲ ਇੱਕ ਵਿਰੋਧ ਕਰਨ ਵਾਸਤੇ ਵਿਰੋਧ ਜ਼ਰੂਰ ਕੀਤਾ, ਪਰ ਇੱਕ ਮੂਵਮੈਂਟ ਕਿਉਂ ਨਹੀਂ ਬਣਾ ਸਕੀਆਂ ਪੋਲੀਟੀਕਲ ਪਾਰਟੀਆਂ? ਮੂਵਮੈਂਟ ਬਣਾ ਸਕਦੀਆਂ ਸੀ, ਸ਼ਾਇਦ ਪਾਰਟੀਆਂ ਦੇ ਹਾਲਾਤਾਂ ਦੇ ਵਿੱਚ ਵੀ ਸੁਧਾਰ ਹੁੰਦਾ, ਪਰ ਲੋਕਾਂ ਦੇ ਮਸਲਿਆਂ ਤੇ ਬੋਲਣ ਤੋਂ ਹਮੇਸ਼ਾ ਹੀ ਹਰੇਕ ਪਾਰਟੀਆਂ ਗੁਰੇਜ਼ ਕਰਦੀਆਂ ਨੇ, ਜਿਹਦੇ ਕਰਕੇ ਸ਼ਾਇਦ ਅੱਜ ਹਾਲਾਤ ਨੇ ਜਿਹੜੇ ਪੰਜਾਬ ਦੇ ਇਸ ਤਰ੍ਹਾਂ ਦੇ ਬਣੇ ਨੇ। ਅਸੀਂ ਮਤਲਬ ਜ਼ਿੰਮੇਵਾਰੀ ਭੁੱਲ ਕੇ ਬੈਠੇ, ਜ਼ਿੰਮੇਵਾਰੀ ਭੁੱਲ ਗਏ ਭਾਜੀ। ਦੇਖੋ ਮੈਂ ਇਹਦੇ 'ਚ ਐਡੀਸ਼ਨ ਕਰਦਾ ਕਿ ਸਰਪੰਚ ਦਾ ਭੋਗ ਹੈ, ਖੁਦਕੁਸ਼ੀ ਕੀਤੀ ਹੈ। ਹਾਂਜੀ, 1.5 ਦਿਨ ਧਰਨਾ ਲਾਉਣਾ ਪਿਆ FIR ਲਈ। ਇੱਕ ਵੀ MLA ਉੱਥੇ ਨਹੀਂ ਗਿਆ ਭੋਗ ਤੇ। ਘੱਟੋ ਘੱਟ ਸਰਕਾਰ ਵੱਲੋਂ ਇੱਕ ਮੈਸੇਜ ਜਾਂਦਾ ਚੀਫ ਮਿਨਿਸਟਰ ਵੱਲੋਂ ਜਾਣਾ ਚਾਹੀਦਾ। ਬਿਲਕੁਲ ਇਹ ਲੋਕ ਨੁਮਾਇੰਦਾ ਹੈ, ਬਰਦਾਸ਼ਤ ਨਹੀਂ, ਲੋਕ ਨੁਮਾਇੰਦਾ ਬੰਦਾ। ਹਾਂ, ਮੈਂ ਤਾਂ ਚੀਫ ਮਿਨਿਸਟਰ ਦਾ ਬਣਦਾ ਸੀ, ਕੋਈ ਇੱਥੋਂ ਬਿਆਨ ਨਹੀਂ ਦਿੰਦੇ, ਘੱਟੋ ਘੱਟ ਵੀ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਸਾਰੇ ਅਧਿਕਾਰੀਆਂ ਨੂੰ। ਤੇ ਇਹ ਦੇਖ ਕੇ ਲੋਕ ਹੈਰਾਨ ਸੀ ਕਿ ਯਾਰ ਇਲਾਕੇ ਚੋਂ ਜ਼ਿਲ੍ਹੇ ਚੋਂ ਕਿਤੋਂ ਵੀ ਕੋਈ ਬੰਦਾ ਨਹੀਂ ਆਇਆ ਤਾਂ ਇਹ ਇੱਕ ਆਪਦੇ ਆਪ 'ਚ ਸੰਵੇਦਨਹੀਨ ਮਤਲਬ ਕਾਣੇ ਨੇ ਸਾਰੇ। ਤੁਸੀਂ ਮੈਸੇਜ ਕੀ ਦੇ ਰਹੇ ਹੋ? ਫਿਰ ਤੁਸੀਂ ਦੂਜੇ ਪਾਸੇ ਖੜੇ ਹੋ। ਹਾਂਜੀ, ਹੈ ਨਾ, ਮੈਸੇਜ ਲੋਕਾਂ ਨੂੰ ਤਾਂ ਇਹੀ ਜਾ ਰਿਹਾ। ਹਾਂ, ਤੁਸੀਂ ਦੂਈ ਧਿਰ ਨਾਲ ਖੜੇ ਆ। ਉੱਥੇ ਬੋਲਿਆ ਮੇਨਲੀ ਇੱਕੋ ਹੀ ਬੰਦਾ ਬੋਲਿਆ, ਬਲਬੀਰ ਸਿੰਘ ਰਾਜੇਵਾਲ ਨੂੰ ਬੁਲਾਇਆ ਉਹਨਾਂ ਨੇ ਉਹਦੇ 'ਚ, ਤੇ ਉਹਨੇ ਇਹੀ ਕਿਹਾ ਵੀ ਹੁਣ ਵੀ ਧਿਆਨ ਰੱਖਿਓ, ਇਹਨੂੰ ਟੈਸਟ ਕੇਸ ਦੇ ਵਜੋਂ ਲੜਨਾ ਹੈ। ਹਾਂ, ਹੈ ਨਾ, ਤੇ ਪਰ ਹੁਣ ਧਿਆਨ ਰੱਖਿਓ ਕਿ ਸਰਕਾਰ ਬਿਲਕੁਲ ਦੂਜੇ ਪਾਸੇ ਖੜੀ ਹੈ, ਕਿਉਂਕਿ ਹਮੇਸ਼ਾ ਅਫਸਰਾਂ ਨੂੰ ਉਹਦੇ ਚੋਂ ਕੱਢ ਦਿੱਤਾ ਜਾਊਗਾ ਇਨਕੁਆਰੀ 'ਚ ਜਾਂ ਕੁਛ ਕਰਕੇ ਜਾਂ ਬਾਕੀ ਦੀਆਂ ਚੀਜ਼ਾਂ ਨੇ। ਜੇ ਜਾਗਰੂਕ ਨਾ ਹੋਏ, ਇਹਦੇ ਤੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਕੱਲ ਨੂੰ ਪਤਾ ਨਹੀਂ ਕਿੰਨਾ ਅੱਗੇ ਚੱਲਣਾ। ਜੇ ਲੋਕ ਲੜ ਪਏ, ਲੋਕਾਂ ਕੋਲ ਇੱਕੋ ਗੱਲ ਹੈ ਹੁਣ ਜਦੋਜਹਿਦ ਦੀ। ਇਹ ਗੱਲ ਉਹਨਾਂ ਨੇ ਉੱਥੇ ਬੋਲੀ, ਪਰ ਇਹ ਗੱਲ ਮੈਨੂੰ ਪਰੇਸ਼ਾਨ ਕਰਨ ਵਾਲੀ ਲੱਗੀ ਕਿ ਉਦੋਂ ਸਰਕਾਰੀ ਕੋਈ ਨੁਮਾਇੰਦਾ, ਕੋਈ ਅਫਸਰ, ਕੋਈ ਚੁਣਿਆ ਨੁਮਾਇੰਦਾ ਬਾਕੀ ਕਿਉਂ ਨਹੀਂ ਗਿਆ? ਕਿਉਂ ਨਹੀਂ ਸਾਹਮਣੇ? ਹਮਦਰਦੀ ਲਈ ਤਾਂ ਜਾਂਦਾ ਹੀ ਹੈ ਨਾ। ਬੀਬੀ, ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਅਫਸਰਸ਼ਾਹੀ ਵੀ ਚਲਾਉਂਦੀ ਆ, ਪੰਚਾਇਤ ਸੈਕਟਰੀ ਉਹ ਸਰਪੰਚ ਨੂੰ ਚਲਾਈ ਜਾਂਦਾ, ਦੂਏ ਪਾਸੇ ਆਪਾਂ ਕਹਿੰਦੇ DC ਵਾਲਾ ਹਵਾਲਾ ਭਾਜੀ ਨੇ ਦਿੱਤਾ ਕਿ DC ਉਹਦੀ ਕਿੱਦਾਂ ਫਿਰ ਉਸ ਮਾਮਲੇ 'ਚ ਸਰਪੰਚ ਘਿਰ ਜਾਂਦਾ। ਤੀਸਰਾ ਇੱਕ ਪਹਿਲੂ ਹੋਰ ਹੈ ਕਿ ਸਰਪੰਚ ਤਾਂ ਸਰਪੰਚ, ਕੀ ਬੀਬੀ ਸਰਪੰਚ ਲਈ, ਮਹਿਲਾ ਸਰਪੰਚ ਲਈ ਵੱਖਰੀਆਂ ਚੁਣੌਤੀਆਂ ਨੇ? ਪਰਿਵਾਰ ਲਈ, ਪਰਿਵਾਰ ਮੂਹਰੇ ਵੱਖਰੀਆਂ ਚੁਣੌਤੀਆਂ ਕਿ ਬੀਬੀ ਬਣ ਗਈ ਤੇ ਜਾ ਰਿਹਾ ਘਰ ਵਾਲਾ ਹੀ ਉਹਦਾ ਜਾਂ ਉਹਦਾ ਭਰਾ ਜਾਂ ਪਿਓ ਹੈ। ਦੂਸਰਾ ਫਿਰ ਪ੍ਰਸ਼ਾਸਨ ਤੌਰ ਤੇ ਕੰਮ ਲੈਣ ਲਈ ਜਾਂ ਪੰਚਾਇਤ ਦੇ ਵਿੱਚ ਐਕਟਿਵ ਹੋਣ ਲਈ ਉਹ ਬੀਬੀਆਂ ਲਈ ਕਿਹੜੀਆਂ ਚੁਣੌਤੀਆਂ ਜਿਹੜੀਆਂ ਬੀਬੀ ਮਹਿਲਾ ਸਰਪੰਚ? ਮੈਂ ਸਮਝਦੀ ਸਿਰਫ ਆਪਾਂ ਮਹਿਲਾ ਸਰਪੰਚ ਦੀ ਗੱਲ ਨਾ ਕਰੀਏ, ਦੋ ਵਰਗ ਨੇ ਜਿਹੜੇ ਇਸ ਵਕਤ ਹਾਲਾਤ ਉਹੀ ਨੇ, ਇੱਕ ਦਲਿਤ ਸਰਪੰਚ ਤੇ ਇੱਕ ਬੀਬੀ ਸਰਪੰਚ। ਦੋਵਾਂ ਦੇ ਜੇ ਆਪਾਂ ਕਹੀਏ ਨਾ, ਚਾਹੇ ਉਹ ਜਨਰਲ ਕੈਟਾਗਰੀ ਦੀ ਲੇਡੀ ਹੈ ਤੇ ਜੇਕਰ ਉਹ ਦਲਿਤ ਸਮਾਜ ਨਾਲ ਸੰਬੰਧਿਤ ਹੈ ਫਿਰ ਤਾਂ ਉਹਦੀ ਹਾਲਤ ਹੋਰ ਵੀ ਮਤਲਬ, ਕਿਉਂਕਿ ਕਿਤੇ ਨਾ ਕਿਤੇ ਚਲੋ ਫਾਈਨੈਂਸ਼ੀਅਲੀ ਆਪਾਂ ਗੱਲ ਕਰ ਲਈਏ ਕਿ ਬੀਬੀ ਕਰਨੀ ਚੌਧਰ ਘਰ ਦੇ ਨਹੀਂ ਹੈ, ਚਾਹੇ ਕੋਈ ਮੇਲ ਮੈਂਬਰ ਕੋਈ ਵੀ ਹੋਇਆ। ਤੇ ਅੱਜ ਵੀ ਹਾਲਾਤ ਉਹ ਨੇ, ਬਹੁਤ ਪੜ੍ਹੀਆਂ ਲਿਖੀਆਂ ਔਰਤਾਂ ਸਰਪੰਚ ਬਣਦੀਆਂ ਨੇ, ਪਰ ਬਣਦੀਆਂ ਕਿਉਂ ਨੇ? ਕਿਉਂਕਿ ਉਹ ਫਲਾਣਾ ਸਿੰਘ ਦੀ ਨੂੰਹ ਹੈ, ਫਲਾਣਾ ਸਿੰਘ ਸਾਬਕਾ ਸਰਪੰਚ ਦੀ ਨੂੰਹ ਹੈ, ਕਿਉਂਕਿ ਜਨਰਲ ਉਹ ਰਿਜ਼ਰਵ ਹੋ ਗਈ, ਇਸ ਕਰਕੇ ਸਰਪੰਚ ਸਾਹਿਬ ਬਣ ਨਹੀਂ ਸਕਦੇ ਤੇ ਨੂੰਹ ਨੂੰ ਆਪਣੀ ਕਿਸੇ ਘਰ ਦੀ ਮੈਂਬਰ ਨੂੰ, ਪੜ੍ਹੀ ਲਿਖੀ ਹੈ ਲੇਡੀ, ਪਰ ਉਹਨੂੰ ਬਾਹਰ ਨਿਕਲਣ ਦਾ ਹੁਕਮ ਨਹੀਂ ਹੈਗਾ। ਅੱਜ ਵੀ ਜਿਹੜੇ ਇੱਕ ਫਿਊਡਲਿਜ਼ਮ ਸਾਡੇ ਪੰਜਾਬ 'ਚ ਹੈ ਨਾ ਜੀ, ਉਹ ਅੱਜ ਵੀ ਕਾਇਮ ਹੈ, ਜਗੀਰੂ ਸੋਚ ਹੈ ਜਿਹੜੀ ਅੱਜ ਵੀ ਔਰਤ ਨੂੰ। ਮੈਂ ਸਮਝਦੀ ਹਾਂ ਕਿ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਹੈ, ਇਸ ਗੱਲ ਦਾ ਆਪਣੀਆਂ ਪਾਰਟੀਆਂ ਤੇ ਵੀ ਗੁੱਸਾ ਹੈ। ਸਿਰਫ ਸਰਪੰਚਾਂ ਦੀ ਗੱਲ ਛੱਡ ਦਈਏ ਆਪਾਂ, ਪੰਚਾਇਤਾਂ ਦੀ ਗੱਲ ਛੱਡ ਦਈਏ, ਵੱਡੇ ਪੱਧਰ ਤੇ ਵੀ ਪੋਲੀਟੀਕਲ ਪਾਰਟੀਆਂ ਬੀਬੀਆਂ ਨੂੰ ਨੁਮਾਇੰਦਗੀ ਦੇਣ ਨੂੰ ਤਿਆਰ ਨਹੀਂ। ਕੋਈ ਵੀ ਪਾਰਟੀ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ। ਪਿੱਛੇ ਜੀ ਆਮ ਆਦਮੀ ਪਾਰਟੀ ਦੀ ਮੈਂ ਗੱਲ ਕਰਨਾ ਹੈ ਨਾ, ਕਿ ਸਭ ਤੋਂ ਵੱਡਾ ਰਾਹ ਹੈ ਕਿ ਅਸੀਂ ਬਿਲਕੁਲ ਬਦਲਾਅ ਲਿਆ ਦਾਂਗੇ, ਯਾਨੀ ਬਦਲਾਅ ਔਰਤਾਂ ਵੀ ਚਾਹੁੰਦੀਆਂ ਨੇ ਸਾਡੇ ਵਾਸਤੇ ਬਦਲਾਅ ਆਵੇ। ਅਸੀਂ ਭਿਖਾਰੀ ਨਹੀਂ ਕਿ ਸਾਨੂੰ 1000 ਰੁਪਇਆ ਦਿੱਤਾ ਜਾਵੇ ਹਰੇਕ ਨੂੰ, ਅਸੀਂ ਬਦਲਾਅ ਹੋਰ ਤਰੀਕੇ, ਅਸੀਂ ਭਾਗੀਦਾਰੀ ਚਾਹੁੰਦੇ ਹਾਂ। ਪਰ ਹੋਇਆ ਕੀ ਹੈ, ਪਿੱਛੇ ਜੀ 42 ਚੇਅਰਮੈਨੀਆਂ ਵੰਡੀਆਂ ਨੇ ਇਹਨਾਂ ਨੇ ਡਿਸਟ੍ਰਿਕਟ ਲੈਵਲ ਦੀਆਂ, ਚਾਹੇ ਉਹਦੀਆਂ, ਇੱਕ ਵੀ ਲੇਡੀ ਨੂੰ ਚੇਅਰਮੈਨ ਨਹੀਂ ਲਾਇਆ ਇਹਨਾਂ ਨੇ। ਕੀ ਔਰਤਾਂ 'ਚ ਕਾਬਲੀਅਤ ਨਹੀਂ? ਜੇਕਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨਾ, ਇਸ ਵਾਰ ਪਹਿਲੀ ਵਾਰ ਹੋਇਆ ਹੈ SGPC 'ਚ ਕਰਵਾਇਆ ਹੈ, 32 ਔਰਤਾਂ ਨੇ
ਐਸਜੀਪੀਸੀ ਚ ਜਿਹੜੀਆਂ ਮੈਂਬਰ ਨੇ। ਔਰ ਮੈਂ ਸਮਝਦੀ ਹਾਂ ਸਾਡੇ ਸਿਆਣਿਆਂ ਦੀ ਕਿੱਡੀ ਵੱਡੀ ਸੋਚ ਸੀ ਕਿ ਉਦੋਂ ਜਦੋਂ ਔਰਤਾਂ ਨੂੰ ਵੋਟ ਦਾ ਵੀ ਅਧਿਕਾਰ ਬੜੇ ਔਖਾ ਮਿਲਦਾ ਸੀ, ਉਹਨਾਂ ਨੇ ਸ਼ਾਮਲ ਕੀਤਾ। ਪਰ ਇਸ ਵਾਰ ਪਹਿਲੀ ਵਾਰ ਹੋਇਆ ਜਦੋਂ ਅੱਜ ਅਸੀਂ ਮੰਗਲ ਤੇ ਚੰਦ ਤੇ ਚੜ੍ਹਨ ਦੀਆਂ ਅਸੀਂ ਗੱਲਾਂ ਕਰਦੇ ਹਾਂ, ਪਹਿਲੀ ਵਾਰ ਹੋਇਆ ਕਿ ਰਵਾਇਤ ਟੁੱਟੀ ਆ ਕਿ ਐਗਜ਼ੈਕਟਿਵ ਦੇ ਵਿੱਚ ਇੱਕ ਔਰਤ ਨੂੰ ਲਿਆ ਜਾਂਦਾ ਸੀ। ਐਤਕੀ ਲਿਆ ਨਹੀਂ ਸੀ, ਨਹੀਂ ਰੌਲਾ ਪਿਆ, ਅਸੀਂ ਖੁਦ ਰੌਲਾ ਪਾਉਣ ਵਾਲਿਆਂ ਚ ਸੀ। ਉੱਥੇ ਔਰਤ ਨੂੰ ਇੰਨੀ ਬੁਰੇ ਤਰੀਕੇ ਨਾਲ ਲਤਾੜਿਆ ਗਿਆ, ਇਗਨੋਰ ਕੀਤਾ ਗਿਆ ਕਿ ਸਾਨੂੰ ਉੱਥੇ ਉੱਠ ਕੇ ਆਪਣੀ ਪਾਰਟੀ ਦੇ ਖਿਲਾਫ ਹੀ ਬੋਲਣਾ ਪਿਆ। ਉਸ ਤੋਂ ਬਾਅਦ ਮਜਬੂਰੀ ਦੇ ਵਿੱਚ ਉਹਨਾਂ ਨੇ ਇੱਕ ਲੇਡੀ ਨੂੰ ਲਿਆ ਉੱਥੇ। ਪਰ ਜੇਕਰ ਸ਼ਾਇਦ ਅਸੀਂ ਰੌਲਾ ਨਾ ਪਾਉਂਦੇ, ਅਸੀਂ ਇੰਨੇ ਜਾਗਰੂਕ ਨਾ ਹੁੰਦੇ, ਤਾਂ ਇਸ ਵਾਰ ਪਹਿਲੀ ਵਾਰ ਹੋਣਾ ਸੀ ਕਿ ਐਸਜੀਪੀਸੀ ਦੇ ਵਿੱਚ ਔਰਤ ਦੀ ਨੁਮਾਇੰਦਗੀ ਬਿਲਕੁਲ ਨਹੀਂ ਸੀ ਹੋਣੀ। ਤੇ ਇਹ ਜਿਹੜੀ ਬੀਬੀਆਂ ਦੀ ਗੱਲ ਇਹ ਕਰੀ ਹੈ, ਇਹ ਉਹ ਘਰ ਹੈ ਜਿੱਥੇ ਕਹਿੰਦੇ ਕਿ ਬਾਬੇ ਨਾਨਕ ਦਾ ਸੁਨੇਹਾ ਪੜਿਆ ਜਾਂਦਾ, ਸੋ ਕਿਉਂ ਬੰਦਾ ਆਖੇ ਜਿੱਤ ਜੰਮੇ ਰਜਾਨ। ਇੱਕ ਦਿਨ ਪਹਿਲਾਂ ਅਸੀਂ ਬਾਬੇ ਨਾਨਕ ਦਾ ਅਸੀਂ ਜਨਮ ਦਿਨ ਮਨਾ ਕੇ ਹਟੇ ਹਾਂ। ਉੱਥੇ ਜਥੇਦਾਰ ਅਕਾਲ ਤਖਤ ਸਾਹਿਬ ਵੀ ਬੈਠੇ ਸੀ, ਉੱਥੇ ਜਥੇਦਾਰ ਕੇਸਗੜ੍ਹ ਸਾਹਿਬ ਵੀ ਬੈਠੇ ਸੀ, ਸਾਰੀ ਜਿਹਨੂੰ ਸਿੱਖਾਂ ਦੀ ਨੁਮਾਇੰਦਗੀ ਸਾਰੇ ਮੈਂਬਰ ਬੈਠੇ ਸੀ ਉੱਥੇ। ਅਸੀਂ ਜਿਹੜੇ ਇੱਕ ਦਿਨ ਪਹਿਲਾਂ ਸਟੇਜਾਂ ਤੇ ਚੜ੍ਹ ਕੇ ਸੋ ਕਿਉਂ ਮੰਦਾ ਆਖੇ ਜਿੱਤ ਜਾਵੇਂ ਰਜਾਨ ਔਰਤ ਦੀ ਮਤਲਬ ਸ਼ੋਭਾ ਕਰਕੇ ਆਏ ਨੇ, ਇਹ ਗੱਲ ਜ਼ਰੂਰ ਹਰੇਕ ਨੇ ਸਟੇਜ ਤੇ ਬੋਲੀ ਹੈ, ਤੇ ਅਗਲੇ ਦਿਨ ਹੀ ਅਸੀਂ ਭੁੱਲ ਗਏ। ਅੱਛਾ, ਉੱਥੇ ਅੰਦਰ ਸਿਰਫ ਬੀਬੀਆਂ ਨੇ ਆਵਾਜ਼ ਚੁੱਕੀ ਜਾਂ ਕੁਝ ਮਤਲਬ ਕਿ ਮੈਂਬਰ? ਮੈਂ ਕਹਿੰਦੀ ਮੈਂਬਰਾਂ ਦੇ ਮੈਨੂੰ ਅੱਜ ਮੇਰੇ ਮਨ 'ਚ ਅੱਜ ਵੀ ਇਸ ਗੱਲ ਦੇ ਪ੍ਰਤੀ ਗੁੱਸਾ ਹੈ ਕਿ ਜਦੋਂ ਇਹ ਸਾਰੀ ਗੱਲ ਨਿਬੜ ਲਈ ਕਿ 11 ਮੈਂਬਰ ਨੇ ਜਿਹੜੇ ਨੁਮਾਇੰਦਗੀ ਹੋਊਗੀ, ਗੱਲ ਵੈਸੇ ਥੋੜੀ ਹੋਰ ਪਾਸੇ ਜਾ ਰਹੀ ਹੈ, ਕੋਈ ਨਾ, ਪਰ ਬੀਬੀਆਂ ਵਾਲੇ ਅਧਿਕਾਰ ਦਾ ਮਸਲਾ ਹੈ ਨਾ। ਤੇ ਜਦੋਂ ਮੈਂ ਸਭ ਤੋਂ ਪਹਿਲਾਂ ਇੱਕ ਵਧੀਆ ਤਰੀਕੇ ਨਾਲ ਗੱਲ ਕਿਹਾ ਕਿ ਪ੍ਰਧਾਨ ਸਾਹਿਬ ਔਰਤਾਂ ਦੀ ਨੁਮਾਇੰਦਗੀ ਕਿੱਥੇ ਹੈ, ਸਾਡੀ ਨੁਮਾਇੰਦਗੀ ਕਿੱਥੇ ਹੈ, ਤਾਂ ਕਿਉਂਕਿ ਮੈਂ ਬਿਲਕੁਲ ਪਿੱਛੇ ਬੈਠੀ ਸੀ, ਮੇਰੇ ਸਾਹਮਣੇ ਸਾਰੇ ਮੈਂਬਰ ਬੈਠੇ ਸੀ, ਤਾਂ ਮੈਂ ਬਹੁਤ ਸਾਰੇ ਮੈਂਬਰਾਂ ਨੂੰ ਖਚਰੀ ਹਾਸੀ ਹੱਸਦਿਆਂ ਦੇਖਿਆ। ਅੱਛਾ, ਮਰਦ ਮੈਂਬਰ ਕਿ ਸ਼ਾਇਦ ਸਾਡਾ ਗੁੱਸਾ ਹੋਰ ਭੜਕ ਗਿਆ। ਮਤਲਬ ਕੋਈ ਵੀ ਬੰਦੇ ਦੀ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਔਰ ਮੈਂ ਫਿਰ ਮੈਂ ਬਾਹਰ ਆ ਕੇ ਵੀ ਇਹ ਗੱਲ ਕਹੀ ਵੀ ਅੱਜ ਮੈਂ ਜਿਸ ਪਾਰਟੀ ਦੇ ਵਿੱਚ ਅਸੀਂ ਸੇਵਾ ਕਰਦੇ ਰਹੇ ਹਾਂ, ਹੈ ਨਾ, ਸਾਡੀ ਪਾਰਟੀ ਨੇ ਮੇਰਾ ਮਾਣ ਸਤਿਕਾਰ ਵੀ ਹਮੇਸ਼ਾ ਕੀਤਾ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀ। ਪਰ ਮੈਨੂੰ ਉਸ ਦਿਨ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਕਿ ਅੱਜ ਔਰਤਾਂ ਦੀ, ਜਿੱਥੇ ਅਸੀਂ 50% ਔਰਤਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਾਉਣ ਦੀ ਅਸੀਂ ਗੱਲ ਕਰਦੇ ਹਾਂ, ਅੱਜ ਉੱਥੇ ਇੱਕ ਔਰਤ ਨੂੰ, ਔਰ ਉਹ ਵੀ ਪੜ੍ਹੀਆਂ ਲਿਖੀਆਂ ਔਰਤਾਂ, ਸਾਡੇ ਬਹੁਤ ਸਾਰੇ ਜਥੇਦਾਰ ਨੇ ਜਿਹੜੇ ਅੰਗੂਠਾ ਛਾਪ ਨੇ, ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ, ਪਰ ਸਾਡੇ 'ਚ ਉਹ ਵਿਦਵਾਨ ਬੀਬੀਆਂ ਬੈਠੀਆਂ ਨੇ ਜਿਨ੍ਹਾਂ ਤੋਂ ਸ਼ਾਇਦ ਇਹ ਲੋਕ ਡਰਦੇ ਸੀ। ਠੀਕ ਹੈ, ਉਹਨਾਂ ਲੋਕਾਂ ਦੀ ਇੱਕ ਵੀ ਬੰਦੇ ਨੇ ਸਾਡੇ ਹੱਕ 'ਚ ਆਵਾਜ਼ ਨਹੀਂ ਉਠਾਈ, ਸਾਰੇ ਬੰਦੇ ਮੁਸਕੜੀਆਂ ਉੱਥੇ ਹੱਸਦੇ। ਭਾਜੀ ਆ ਕੀ ਪਹਿਲੂ ਹੈ ਕਿ ਮਤਲਬ ਕਿ ਮਰਦ ਇਸੇ ਗੱਲ ਨੂੰ ਆਪਣੀ ਮਰਦਾਨਗੀ ਸਮਝਦਾ ਕਿ ਹਾਂ ਕਿ ਮੇਰਾ ਹੀ ਹੱਕ ਬਣਦਾ, ਚਾਹੇ ਉਹ ਪੰਚਾਇਤ ਦੀ ਗੱਲ ਹੈ ਤੇ ਚਾਹੇ ਸ਼੍ਰੋਮਣੀ ਕਮੇਟੀ ਦੀ ਗੱਲ ਆ। ਇੱਧਰ ਦੂਸਰੇ ਪਾਸੇ ਦਲਿਤ ਪਰਿਵਾਰਾਂ ਦੀ ਆਪਾਂ ਇਹ ਵੀ ਜਾਣਦੇ ਹਾਂ ਕਿ ਉਹ ਸਰਪੰਚ ਤਾਂ ਬਣ ਜਾਂਦਾ ਕਿ ਸੀਟ ਰਿਜ਼ਰਵ ਆ ਤੇ ਮੇਰੇ ਘਰੇ ਤੂੰ ਸਾਂਝੀ ਰਲਿਆ ਭਾਈ, ਤੈਨੂੰ ਮੈਂ ਬਣਵਾ ਦੂੰਗਾ, ਸਰਪੰਚੀ ਮੈਂ ਕਰੂੰਗਾ। ਇਹ ਆਪਾਂ ਪਿੰਡਾਂ 'ਚ ਦੇਖਿਆ। ਸੋ ਚਾਹੇ ਉਹ ਮਰਦ ਸਰਪੰਚ ਕਿਉਂ ਨਾ ਹੋਵੇ, ਚਾਹੇ ਦਲਿਤ ਭਾਈਚਾਰੇ ਦਾ। ਸੋ ਆਹ ਬੀਬੀਆਂ ਵਾਲਾ ਪਹਿਲੂ ਤੇ ਦਲਿਤ ਭਾਈਚਾਰੇ ਵਾਲਾ ਪਹਿਲੂ, ਇਹ ਧੱਕੇਸ਼ਾਹੀ ਕਿੱਥੇ ਆ ਫਿਰ ਉਹ ਪੰਚਾਇਤੀ ਰਾਜ ਦੇ ਵਿੱਚ ਉਹਨਾਂ ਦਾ ਅਧਿਕਾਰ? ਨਹੀਂ, ਉਹ ਹੈ ਹੀ ਨਹੀਂ ਅਸਲ ਦੇ ਵਿੱਚ। ਕੱਲਾ ਪੰਚਾਇਤੀ ਰਾਜ ਦਾ ਇੱਕ ਮਾਈਂਡ ਸੈਟ ਬਣਿਆ ਹੋਇਆ ਹੈ। ਔਰ ਜੇ ਪੰਚਾਇਤੀ ਤਾਂ ਰਿਜ਼ਰਵੇਸ਼ਨ ਕਰਕੇ ਬਣਦਾ, ਕਿੰਨੇ ਕਲੱਬ ਨੇ ਮਤਲਬ ਬਣੇ ਹੋਏ ਪਿੰਡਾਂ 'ਚ, ਕੋਈ ਔਰਤ ਦਾ ਤਾਂ ਕਲੱਬ ਹੈ ਨਹੀਂ ਕਿਸੇ ਪਿੰਡ 'ਚ। ਕੋਈ ਔਰਤਾਂ ਦੇ ਕਲੱਬ ਹੈਗੇ ਨੇ ਜਿਹੜੇ ਕੁੜੀਆਂ ਉਹਦੇ ਯੰਗ ਕੁੜੀਆਂ ਉਹਦੇ 'ਚ ਪ੍ਰਧਾਨ ਹੋਣ, ਸੈਕਟਰੀ ਹੋਣ, ਜਾਂ ਆਪਣੇ ਲੈਵਲ ਤੇ ਕੰਮ ਕਰਦੀਆਂ ਹੋਣ। ਕੋਈ 7 ਔਰਤਾਂ ਲਈ ਹੈ ਕਿਸੇ ਪਿੰਡ 'ਚ ਜਿਹੜੀ 7 ਜਿਹੜਾ ਦਰਵਾਜ਼ਾ ਕਹਿੰਦੇ ਆ, ਜਿਹੜੀਆਂ ਸੱਤਾਂ ਕਹਿੰਦੇ ਕਿ ਉੱਥੇ ਬੀਬੀਆਂ। ਇੱਕ ਮਾਈਂਡ ਸੈਟ ਦੀ ਪ੍ਰੋਬਲਮ ਹੈ, ਜਿਹੜੀ ਪਿੱਤਰ ਸੱਤਾ ਹੈ, ਜਿਹੜੀ ਉਸ ਲੈਵਲ ਦੇ ਉੱਤੇ ਹੁੰਦੀ ਹੈ ਨਾ, ਅਜੇ ਉਹਦੇ 'ਚੋਂ ਨਿਕਲਣਾ ਬਹੁਤ ਸਫ਼ਰ ਲੰਮਾ ਹੈ। ਉਹ ਇੱਕ ਅਲੱਗ ਪਹਿਲੂ ਹੈਗਾ ਹੀ ਹੈ। ਇਹੀ ਹਾਲਤ ਦਲਿਤ ਨਾਲ ਹੈ, ਕਿਉਂਕਿ ਸਦੀਆਂ ਤੇ ਇੱਕ ਲੈਵਲ ਦਾ ਕਾਸਟ ਪੈਟਰਨ ਉਹ ਚੱਲਦਾ ਹੈ। ਉਹਨੂੰ ਅਸੀਂ ਅਜੇ ਰਿਜ਼ੋਲਵ ਕਰਨ ਲਈ, ਉਸ ਪਾਸੇ ਨੂੰ ਉਹ ਐਡਰੈਸ ਕਰਨ ਲਈ ਉਹਨਾਂ ਤਿਆਰ। ਭਾਜੀ ਆਪਾਂ ਜਦੋਂ ਸਰਪੰਚਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਪੰਚਾਇਤਾਂ ਦੇ ਪਹਿਲੂ ਤੇ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਫਿਰ ਮੁੜਕੜ ਕੇ ਗੱਲ ਆਉਂਦੀ ਹੈ ਕਿ ਜੇਕਰ ਗ੍ਰਾਮ ਸਭਾ ਮਜ਼ਬੂਤ ਹੋ ਜਾਵੇ ਤਾਂ ਫਿਰ ਉਹ ਪੰਚਾਇਤ ਤੇ ਸਰਪੰਚ ਉਹ ਧੜਿਆਂ ਤੋਂ ਵੀ ਬਾਹਰ ਵੀ ਆ ਸਕਦੇ ਨੇ, ਉਹ ਪਾਰਟੀਆਂ ਦੇ ਗਲਬਿਆਂ ਚੋਂ ਵੀ ਬਾਹਰ ਆ ਸਕਦੇ ਨੇ। ਪਰ ਗ੍ਰਾਮ ਸਭਾ ਨੂੰ ਮਜ਼ਬੂਤ ਹੋਣ ਨਹੀਂ ਦਿੱਤਾ ਜਾਂਦਾ, ਜਾਂ ਸਾਡੀ ਚੇਤਨਤਾ 'ਚ ਨਹੀਂ ਅਜੇ ਹੈਗੀ ਗ੍ਰਾਮ ਸਭਾਵਾਂ? ਨਹੀਂ, ਸਾਡੇ ਮਾਈਂਡ ਸੈਟ ਉਲਟ ਹੈ। ਜਿਵੇਂ ਤੁਸੀਂ ਦੇਖੋ, ਜੇ ਪਾਰਲੀਮੈਂਟ ਸੀ, ਪਾਰਲੀਮੈਂਟ ਪਹਿਲਾਂ ਕਿੰਨੇ ਦਿਨ ਚੱਲਦੀ ਸੀ, ਉਹਦੇ ਪ੍ਰਤੀ ਜਵਾਬਦੇਹ ਹੁੰਦੇ ਸੀ। ਔਰ ਪਾਰਲੀਮੈਂਟ ਦੇ ਬਿੱਲ ਕਿੰਨੇ ਵੱਡੇ ਪੱਧਰ ਦੇ ਉੱਤੇ 90% ਜਾਂਦੇ ਸੀ ਸਟੈਂਡਿੰਗ ਕਮੇਟੀਆਂ ਨੂੰ, ਤਾਂ ਕਿ ਉੱਥੇ ਚਰਚਾ ਹੋ ਸਕੇ, ਬੰਦੇ ਆਪਸ ਚ ਕਰਨ। ਹੁਣ ਪਾਰਲੀਮੈਂਟ ਦੇ ਦਿਨ ਕਿੰਨੇ ਘਟ ਗਏ, ਹੁਣ ਕਿੰਨੇ ਜਾ ਕੇ ਸਟੈਂਡਿੰਗ ਕਮੇਟੀਆਂ ਦੀ ਬਜਾਏ ਧੱਕੇ ਨਾਲ ਬਹੁ ਗਿਣਤੀ ਦੇ ਜ਼ੋਰ ਪਾਸ ਕਰਾਏ ਜਾਂਦੇ ਨੇ ਵਿਧਾਨ ਸਭਾਵਾਂ ਨੇ। ਨਾਰਮਲੀ ਇੱਕ ਟ੍ਰੈਂਡ ਹੈ ਕਿ 90 ਦਿਨ ਘੱਟੋ ਘੱਟ ਵਿਧਾਨ ਸਭਾ ਜ਼ਰੂਰ ਚੱਲਣੀ ਚਾਹੀਦੀ। 25-30 ਦਿਨਾਂ ਚ ਨਿਬੜ ਜਾਂਦੀ ਹੈ, ਤੈਅ ਕਰਕੇ ਸ਼ੁੱਕਰਵਾਰ ਰੱਖਦੇ ਨੇ। ਹਾਂ, ਤੇ ਉਸ 2 ਦਿਨ ਆਈ ਲੰਘਾਵਾਂਗੇ। ਅਸੀਂ ਐਕਚੁਅਲੀ ਜਿਹੜੀਆਂ ਨੂੰ ਅਧਿਕਾਰ ਵੀ ਦਿੱਤੇ ਨੇ ਵਿਧਾਨ ਸਭਾ ਪਾਰਲੀਮੈਂਟ ਨੂੰ, ਉਹਦੇ ਸਾਹਮਣੇ ਵੀ ਜਵਾਬਦੇਹ ਨਹੀਂ ਹੋਣਾ ਚਾਹੀਦੇ। ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਬਿਲਕੁਲ ਹੈ ਨਾ। ਜੇ ਉੱਪਰਲੀ ਪਾਰਲੀਮੈਂਟ ਤੇ ਵਿਧਾਨ ਸਭਾ ਅਸੀਂ ਬਿਲਕੁਲ ਇੱਥੇ ਹਾਸੀਅਤ ਲਿਆਂਦੀ
ਤਾਂ ਉਹ ਤਾਂ ਕਹਿੰਦੇ ਨੇ ਸਰਗਰਮੀ ਨਾ ਕਰੋ, ਉਹ ਤਾਂ ਡੱਡੇ ਉਹਨੂੰ ਤਾਂ ਰਹਿਣ ਦਿਓ, ਕਿਸੇ ਨੂੰ ਜਾਗਰੂਕ ਹੀ ਨਾ ਕਰੋ। ਨਹੀਂ, ਆ ਦਸੰਬਰ ਪਰ ਮਹੀਨਾ ਇਹ ਜ਼ਿੰਮੇਵਾਰ ਕਿਹਨਾਂ ਦੀ ਹੈ? ਜ਼ਿੰਮੇਵਾਰੀ ਜਦੋਂ ਸੰਵਿਧਾਨਕ ਸੋਧ ਦਾ 24 ਅਪ੍ਰੈਲ 1993 ਸੀ, ਹਾਂਜੀ ਕਿੰਨੇ ਸਾਲ ਹੋ ਗਏ ਜੀ? 29 ਸਾਲ ਹੋ ਗਏ। ਹਾਂ ਅੱਜ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਜਚਾ ਪਾਏ ਹੋ ਪਿੰਡ 'ਚ ਵੀ ਗ੍ਰਾਮ ਸਭਾ ਇੱਕ ਸੰਸਥਾ ਹੈ, ਸਾਰੇ ਫੈਸਲੇ ਪੰਚਾਇਤ ਦੇ ਉਹਦੇ 'ਚ ਹੋਣੇ ਨੇ, ਸਾਰੀਆਂ ਸਕੀਮਾਂ ਲਾਭਪਾਤਰੀ ਉਹਦੇ 'ਚ ਚੁਣੇ ਜਾਣੇ ਨੇ ਸਾਰਿਆਂ 'ਚ। ਉਹ ਜੇ ਚੁਣ ਦਊਗੀ ਤਾਂ ਪੰਚਾਇਤ ਦੀ ਇੱਜ਼ਤ ਵੀ ਬਚਦੀ ਹੈ। ਜੇ ਸਰਪੰਚ ਗ੍ਰਾਮ ਸਭਾ ਦੇ ਵਿੱਚ ਸਾਰੇ ਮਤੇ ਪਾ ਕੇ ਕੰਮ ਕਰਨਾ ਸ਼ੁਰੂ ਕਰ ਦੇਣ, ਹਾਂਜੀ, ਮੰਨ ਲਓ ਉਹ ਕਹਦੇ ਕਿ ਮੈਨੂੰ ਤਾਂ ਰੇਤਾ ਮਿਲਦਾ 40 ਰੁਪਏ, ਹਾਂ, ਗ੍ਰਾਮ ਸਭਾ ਕਹੇ ਕਿ ਅਸੀਂ ਸਰਪੰਚ ਨੂੰ ਅਧਿਕਾਰ ਦਿੰਦੇ ਹਾਂ, ਇੱਕ ਚਿੱਠੀ ਡੀਸੀ ਨੂੰ ਲਿਖੇ, ਡੀਸੀ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਰੇਤਾ 20 ਰੁਪਏ ਦਿੰਦਾ ਹੈ, ਨਹੀਂ ਅਸੀਂ ਤੈਨੂੰ ਇਜਾਜ਼ਤ ਦਿੰਦੇ ਹਾਂ ਤੂੰ 40 ਨੂੰ ਖਰੀਦ। ਹਾਂ, ਡੀਸੀ ਤੇ ਬਾਕੀ ਕੁਝ ਨਹੀਂ ਕਰ ਸਕਦੇ ਜਿਹੜੇ ਬਾਕੀ ਬੰਦੇ ਨੇ। ਇਹ ਅਧਿਕਾਰ ਹੈ ਗ੍ਰਾਮ ਸਭਾ ਦਾ। ਸਰਪੰਚ ਨੇ ਵੀ ਗ੍ਰਾਮ ਸਭਾ ਨੂੰ ਉਸ ਲੈਵਲ ਤੇ ਬਚਣਾ। ਔਰ ਹੁਣ 1-2 ਇਜਲਾਸ ਹੁੰਦੇ ਨੇ, ਹਾੜੀ ਤੇ ਸੌਣੇ। ਹਾਂ, ਹੁਣ ਦਸੰਬਰ ਚ ਹੋਣੇ, ਜੂਨ ਚ ਹੁੰਦਾ ਤੇ ਦਸੰਬਰ ਚ ਹੁੰਦਾ, ਹੁਣ ਆ ਸ਼ੁਰੂ ਹੋ ਰਿਹਾ। ਹਾਂ, ਨਾਲ ਇਹ ਵੀ ਕਿਹਾ ਜਾਂਦਾ ਕਿ ਜੇ ਦੋਨੋਂ ਇਜਲਾਸ ਨਹੀਂ ਕੀਤੇ ਤਾਂ ਸਰਪੰਚ ਆਪਣੇ ਆਪ ਸਸਪੈਂਡ ਹੋ ਜੂ। ਇਹ ਪਰ ਰਜਿਸਟਰ 'ਚ ਤਾਂ ਹੋ ਜਾਂਦੇ ਨੇ ਭਾਜੀ। ਨਹੀਂ, ਮੈਂ ਇਹੀ ਗੱਲ ਕਰ, ਕਾਗਜ਼ਾਂ 'ਚ ਹੁੰਦੇ ਨੇ, ਕਾਗਜ਼ 'ਚ ਹੋ ਨਹੀਂ ਸਕਦੇ ਕਿਉਂਕਿ ਉਹਦਾ ਕੋਰਮ ਦੇਖਣਾ ਪੈਂਦਾ, ਉਹਦੇ ਤੇ ਬਾਕੀ ਚੀਜ਼ਾਂ ਨੇ, ਉਹਦੀ ਵੀਡੀਓਗ੍ਰਾਫੀ ਹੈ। ਜਿਹੜੇ ਕਾਗਜ਼ 'ਚ ਹੋਏ ਨੇ ਉਹ ਗੈਰ ਕਾਨੂੰਨੀ ਨੇ, ਇਹ ਤਾਂ ਦੇਖਣਾ ਪਊਗਾ ਨਾ। ਹਾਂ, ਹੁਣ ਪਿਛਲੇ ਸਾਲ ਜੂਨ ਦੇ ਵਿੱਚ ਜਿਹੜਾ ਮੌਜੂਦਾ ਮੰਤਰੀ ਕੁਲਦੀਪ ਧਾਲੀਵਾਲ ਨੇ, ਇਹਨੇ 3 ਕਾਨਫਰੰਸਾਂ ਕਰਕੇ ਸਰਪੰਚਾਂ ਨੂੰ ਕਿਹਾ ਅਸੀਂ ਕਰਾਵਾਂਗੇ ਜੀ। ਐਤਕੀ ਵੀ ਉਹਨੇ ਕਿਹਾ, ਐਤਕੀ ਕਿ ਸਕੂਲਾਂ ਦੀ ਚਿੱਠੀ ਮੈਂ ਪੜ੍ਹੀ ਹੈ, ਉੱਪਰੋਂ ਗਈ ਆ ਸੈਕਟਰੀ ਵੱਲੋਂ, DPI ਵੱਲੋਂ, ਕਿ ਸਾਰੇ ਸਕੂਲ ਨਾਲ ਆਪਦੀਆਂ ਪੰਚਾਇਤਾਂ ਨਾਲ ਸੰਪਰਕ ਕਰੋ, ਗ੍ਰਾਮ ਸਭਾ ਦੇ ਇਜਲਾਸ ਹੋਣਗੇ, ਸਕੂਲਾਂ ਦੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਕੋਲ ਰੱਖੋ। ਪਰ ਇਹ ਦੇਖਣਾ ਜ਼ਰੂਰੀ ਹੋਊਗਾ ਕਿ ਕਿੰਨੇ ਕੁ ਗ੍ਰਾਮ ਸਭਾ ਦੇ ਇਜਲਾਸ ਹੋ ਰਹੇ ਨੇ, ਅਰਜੀ ਕਿਤੇ ਖਿੜਦੀ ਉਹਨਾਂ ਤੇ, ਹੋਣਗੇ ਵੀ ਕਿ ਨਹੀਂ, ਉਹਦੇ ਕਿਤੇ ਪੰਚਾਇਤ। ਔਰ ਬਹੁਤ ਵਾਰ ਕੀ ਕਰਦੇ ਨੇ ਇਹ, ਬਲਾਕ ਦੇ ਵਿੱਚ ਲਾ ਦਿੰਦੇ ਨੇ ਕਿ ਇਸ ਡੇਟ ਨੂੰ ਫਲਾਣੇ ਪਿੰਡ ਦਾ, ਇਸ ਡੇਟ ਨੂੰ ਫਲਾਣੇ ਪਿੰਡ ਦਾ, ਉੱਥੇ ਕੋਈ ਨਹੀਂ ਜਾਂਦਾ। ਉਹ ਕਈ ਵਾਰ ਪਿੰਡ ਦੇ ਲੋਕ ਬੈਠੇ ਰਹਿੰਦੇ ਨੇ, ਨਾ ਕੋਈ ਸੈਕਟਰੀ ਜਾਂਦਾ, ਨਾ BDO, ਨਾ ਪੰਚਾਇਤ ਅਫਸਰ, ਕੋਈ ਜਾਂਦਾ ਹੀ ਨਹੀਂ ਹੈ। ਪਿਛਲੇ ਦਿਨ ਹੰਗਾਮਾ ਵੀ ਹੋਇਆ, ਇੱਕ ਬਹੁਤ ਜਗ੍ਹਾ ਹੰਗਾਮੇ ਹੁੰਦੇ ਨੇ। ਔਰ ਜੇ ਇਹ ਲਾਗੂ ਹੋ ਜੇ, ਪਹਿਲੀ ਗੱਲ ਤਾਂ ਇਹ ਲੋਕਾਂ ਦੀ ਜਾਗਰੂਕਤਾ ਤੋਂ ਬਿਨਾਂ ਲਾਗੂ ਨਹੀਂ, ਪਹਿਲਾਂ ਲੋਕਾਂ ਨੂੰ ਅਹਿਸਾਸ ਕਰੋ ਕਿ ਇਹ ਸਾਡੀ ਤਾਕਤ ਹੈ, ਹਰ ਔਰਤ ਦੀ, ਹਰ ਗਰੀਬ ਦਲਿਤ ਦੀ, ਹਰ ਗਰੀਬ ਬੰਦੇ ਦੀ। ਉੱਥੇ ਜਿਹੜਾ ਗ੍ਰਾਮ ਸਭਾ ਚ ਅੰਗੂਠਾ ਲਾਉਣਾ ਹੈ, ਉਹ ਬਰਾਬਰ ਦੀ ਵੋਟ ਹੈ, ਉਹਦੀ ਇੱਕੋ ਇੱਕ ਤਾਕਤ ਹੈ ਜਿਹੜੀ ਬਰਾਬਰ ਦੀ ਵੋਟ ਦਿੰਦੀ ਹੈ। ਉੱਥੇ ਜਾਣਾ ਸ਼ੁਰੂ ਕਰਨ ਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਜਿਹੜੀਆਂ ਵੀ ਚੀਜ਼ਾਂ ਨੇ। ਤੇ ਸਰਪੰਚ ਵੀ ਜਿਹੜੇ ਦਿਆਨਤਦਾਰ ਨੇ, ਜਿਹਨੇ ਕਰਪਸ਼ਨ ਨਹੀਂ ਕਰਨੀ, ਤਾਂ ਉਹ ਗ੍ਰਾਮ ਸਭਾ ਰਾਹੀਂ ਆਪਣੀ ਪੰਚਾਇਤੀ ਕਾਰਗੁਜ਼ਾਰੀ ਸ਼ੁਰੂ ਕਰਦੇ, ਤਾਂ ਉਹਨੂੰ ਫੀਲ ਹੋਏਗਾ, ਪਤਾ ਲੱਗ ਜੂਗਾ ਤਬਦੀਲੀ ਕਿ ਹੁਣ ਮੈਂ ਕਿਵੇਂ, ਮੇਰੇ ਬਚਤ ਹੈ, ਮੈਂ ਕਿਵੇਂ ਠੀਕ ਠਾਕ, ਉਹਨੂੰ ਵੀ ਆਪਣੇ ਆਪ ਜਿਹੜਾ ਤਾਕਤਵਰ ਮਹਿਸੂਸ ਹੋਊਗਾ ਨਾ। ਹਾਂਜੀ, ਸਰਪੰਚ ਜਾਂ ਪੰਚਾਇਤ ਗ੍ਰਾਮ ਸਭਾ ਨੂੰ ਆਪਣੀ ਤਾਕਤ ਕਿਉਂ ਨਹੀਂ ਬਣਾਉਂਦੀ? ਉਹ ਡਰਦੇ ਕਿਉਂ ਨੇ ਗ੍ਰਾਮ ਸਭਾ ਬੁਲਾਉਣ? ਨਹੀਂ, ਉਹੀ ਦੇਖੋ, ਬਹੁਤ ਸਾਰੇ, ਜਿਵੇਂ ਹਮੀਰ ਸਿੰਘ ਜੀ ਨੇ ਕਿਹਾ ਵੀ ਸਾਰੇ ਕਰਪਟ ਨਹੀਂ, ਕੁਝ ਹੋਣਗੇ, ਪਰ ਜ਼ਿਆਦਾਤਰ ਬਹੁ ਗਿਣਤੀ ਸਰਪੰਚਾਂ ਦੀ ਹੈ ਜਿਹੜੀ ਵੈਸੇ ਕਿਸੇ ਪ੍ਰਭਾਵ ਚ ਆ ਜਾਂਦੇ ਨੇ ਪਰ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ। ਪਰ ਕਿਤੇ ਨਾ ਕਿਤੇ ਮੈਂ ਸਮਝਦੀ ਕਿ ਜਾਗਰੂਕਤਾ ਦੀ ਘਾਟ ਹੈ, ਉਹ ਗ੍ਰਾਮ ਸਭਾ ਦੀ ਤਾਕਤ ਹੀ ਹਲੇ ਤੱਕ ਨਹੀਂ ਸਮਝ ਸਕੇ। ਟ੍ਰੇਨਿੰਗਸ ਵੀ ਹੁੰਦੀਆਂ ਨੇ, ਦੇਖੋ ਮੈਂ ਸਮਝਦੀ ਹਾਂ ਕਿ ਕਰੋੜਾਂ ਰੁਪਏ ਨੇ ਜਿਹੜੇ ਟ੍ਰੇਨਿੰਗ ਕੰਪੋਨੈਂਟ ਸੈਂਟਰ ਚੋਂ ਵੀ ਆਉਂਦਾ, ਪੰਜਾਬ ਵਾਲਿਆਂ ਦਾ ਵੀ ਹੁੰਦਾ, ਪਰ ਹੁੰਦਾ ਕੀ ਹੈ, ਉੱਥੇ ਵੀ ਇਹੋ ਜਿਹੇ ਕੁੰਡਲੀ ਮਾਰ ਕੇ ਅਫਸਰ ਬੈਠੇ ਤਾਂ ਅਫਸਰ ਨੇ ਨਾ ਜੀ, ਉਹ ਕਿਉਂ ਤੁਹਾਨੂੰ ਜਾਗਰੂਕ ਕਰਨਗੇ? ਜੇ ਉਹ ਤੁਹਾਨੂੰ ਜਾਗਰੂਕ ਕਰ ਗਏ ਤਾਂ ਉਹਨਾਂ ਦਾ ਅੱਗਾ ਮਾਰਿਆ ਜਾਣਾ। ਹੁੰਦਾ ਕੀ ਹੈ, ਤੁਸੀਂ ਇੱਕ ਗੱਲ ਨੋਟ ਕਰਿਓ ਕਿ ਐਂਡ 'ਚ ਜਦੋਂ ਬਜਟ ਵਾਲਾ ਸਾਲ ਖਤਮ ਹੁੰਦਾ, ਮਾਰਚ ਦੇ ਵਿੱਚ, ਫਰਵਰੀ ਮਾਰਚ ਦੇ ਵਿੱਚ ਉਹਨਾਂ ਨੇ ਫਾਰਮੈਲਿਟੀ ਸੇਕ ਉਹਨਾਂ ਨੇ ਉਹ ਪ੍ਰੋਗਰਾਮ ਕਰਨੇ ਸ਼ੁਰੂ ਕਰਨੇ ਨੇ, ਤੇ ਉੱਥੇ ਵੀ ਕਿੰਨੇ ਕੁ ਸਰਪੰਚਾਂ ਦੀ ਹੁੰਦੀ ਹੈ, ਜਾਂ ਫਿਰ ਹੁੰਦਾ ਵੀ ਜਦੋਂ ਸਰਪੰਚ ਦਾ ਸਾਲ ਰਹਿ ਜਾਊਗਾ ਉਦੋਂ ਤੁਸੀਂ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰੋਗੇ। ਟ੍ਰੇਨਿੰਗ, ਇੱਕ ਤਾਂ ਟ੍ਰੇਨਿੰਗ ਦੀ ਘਾਟ ਹੈ, ਜੇਕਰ ਟ੍ਰੇਨਿੰਗ ਕੰਪੋਨੈਂਟ ਜਿਹੜਾ ਸਰਕਾਰਾਂ ਵੱਲੋਂ ਹੀ ਹੋਣਾ ਹੈ, ਸੀਰੀਅਸਲੀ ਉਹਨਾਂ ਨੂੰ ਇਹ ਚੀਜ਼ ਉਹਨਾਂ ਨੂੰ ਕਰਨੀ ਪੈਣੀ ਹੈ। ਸੋ ਇੱਕ ਜਿਹੜੀ ਮੈਂ ਇੱਕ ਗੱਲ ਐਡ ਕਰਨਾ ਚਾਹਾਂਗੀ ਕਿ ਗ੍ਰਾਮ ਸਭਾ ਜਿੱਥੇ ਕਿਉਂਕਿ ਜਾਗਰੂਕਤਾ ਦੀ ਘਾਟ ਹੈ। ਹੁਣ ਮੈਂ ਸਵੇਰੇ ਹੀ ਮੈਂ ਇੱਕ ਰਿਪੋਰਟ ਪੜ੍ਹ ਰਹੀ ਸੀ, ਜਲੰਧਰ ਏਰੀਆ ਦੇ ਇੱਕ ਪਿੰਡ 'ਚ ਇੱਕ ਔਰਤ ਜਿਹੜੇ ਪਿੱਛੇ ਹੁਣ ਭਗਵੰਤ ਮਾਨ ਦੇ ਖਿਲਾਫ ਹੋ ਰਿਹਾ ਸੀ, ਫਤਿਹਗੜ੍ਹ ਸਾਹਿਬ ਲਾਠੀ ਚਾਰਜ ਵੀ ਹੋਇਆ, ਦਲਿਤ ਜਿਹੜੇ 5 ਮਰਲੇ ਦੇ ਮਕਾਨਾਂ ਦੀ ਗੱਲ ਹੈ, ਤੇ ਉਹ 5 ਮਰਲੇ ਦਾ ਮਕਾਨ ਗ੍ਰਾਮ ਸਭਾ ਨੇ ਪਾਸ ਕਰਕੇ ਉਹ ਬੀਬੀ ਨੂੰ ਦਿੱਤਾ ਹੋਇਆ। ਟੋਬੇ ਦੇ ਕੰਢੇ ਉਹਦਾ ਘਰ ਹੈ ਤੇ 5 ਮਰਲੇ ਪੰਚਾਇਤ ਨੇ, ਗ੍ਰਾਮ ਸਭਾ ਨੇ ਪਾਸ ਕਰਤੇ ਆ। ਪਰ ਅੱਜ ਅਫਸਰਸ਼ਾਹੀ ਅਫਸਰਾਂ ਨੇ ਚਿੱਠੀਆਂ ਕੱਢਤੀਆਂ ਵੀ ਇਹ ਖਾਲੀ ਕਰੋ, ਯਾਨੀ ਗ੍ਰਾਮ ਸਭਾ ਦੀ ਪੰਚਾਇਤ ਤੋਂ ਦੀ ਪਾਵਰ ਤੋਂ ਉੱਪਰ ਜਾ ਕੇ ਅਫਸਰਸ਼ਾਹੀ ਆਪਣੀ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਮੈਂ ਇਹ ਸਮਝਦੀ ਹਾਂ ਕਿ ਸਿਰਫ ਪੰਚਾਇਤਾਂ ਦੇ ਵਿੱਚ ਨਹੀਂ, ਇਸ ਵਕਤ ਜਿਹੜੀ ਸਰਕਾਰ ਹੈ ਉਹ ਵੀ ਅਫਸਰਸ਼ਾਹੀ ਚਲਾ ਰਹੀ ਹੈ। ਨਾ ਤਾਂ ਸ਼ਾਇਦ ਮੰਤਰੀਆਂ ਨੂੰ ਬਹੁਤੀ ਨੌਲੇਜ ਹੈ, ਨਾ ਹੀ ਮੁੱਖ ਮੰਤਰੀ ਸਾਹਿਬ ਵੀ ਬਹੁਤ ਜ਼ਿਆਦਾ ਅਣਜਾਣ ਨੇ ਕਿ ਅੱਜ ਜੇਕਰ ਕੋਈ ਵੀ ਪੰਜਾਬ 'ਚ ਕੰਮ ਹੋ ਰਿਹਾ ਤਾਂ ਸਿਰਫ ਅਫਸਰਾਂ ਦੇ ਹੱਥਾਂ ਰਾਹੀਂ ਹੁੰਦਾ। ਅਫਸਰਾਂ ਨੂੰ ਜਿੱਥੇ ਲੋੜ ਲੱਗਦਾ ਉੱਥੇ ਕੰਮ ਕਰ ਦਿੰਦੇ ਨੇ, ਜਿੱਥੇ ਅਨਫਿਟ ਹੈ ਕੰਮ ਉੱਥੇ ਉਹ ਨਹੀਂ ਕਰਦੇ। ਚਿੱਠੀਆਂ ਦਾ ਭਾਜੀ ਪੰਜਾਬ ਦੇ ਅਕਾਲੀਆਂ ਕਾਂਗਰਸ ਦੇ ਟਾਈਮ ਵੀ ਖੂਬ ਵੰਡ ਹੋਈਆਂ ਕਿ ਆ ਲੋ ਜੀ ਦਲਿਤ ਭਾਈਚਾਰੇ ਲਈ 4 ਮਰਲੇ 5 ਮਰਲੇ, ਪਰ ਮਿਲੇ ਹਲੇ ਵੀ ਨਹੀਂ, ਚਿੱਠੀਆਂ ਹੀ ਲਈ ਬੈਠੇ ਨੇ। ਪਰ ਜਿਹੜੀ ਗੱਲ ਬੀਬੀ ਲਾਂਡਰਾ ਹੋਰਾਂ ਨੇ ਕੀਤੀ ਕਿ
ਕਿਤੇ ਨਾ ਕਿਤੇ ਸਰਕਾਰਾਂ ਜੇਕਰ ਟ੍ਰੇਨਿੰਗ ਦੇਣ, ਸਰਕਾਰਾਂ ਨੇ ਤਾਂ ਭਾਜੀ ਪੰਚਾਇਤਾਂ ਨੂੰ ਅਧਿਕਾਰ ਵੀ ਸੌਂਪਣੇ ਸੀ, ਉਹਨਾਂ ਦੇ ਵਿਭਾਗ ਵੀ ਸੌਂਪਣੇ ਸੀ, ਉਹ ਅੱਜ ਤੱਕ ਕਿਉਂ ਨਹੀਂ ਮਿਲੇ? ਇੱਕ ਤਾਂ ਗੱਲ ਜਿਹੜੀਆਂ ਚਿੱਠੀਆਂ ਗਈਆਂ ਨੇ ਗਵਰਨਮੈਂਟ ਤੇ, ਮੈਂ ਉੱਥੇ ਜ਼ਰੂਰ ਕਰਨਾ ਚਾਹਾਂਗਾ। ਜੇ ਗ੍ਰਾਮ ਸਭਾ ਫੈਸਲਾ ਕਰ ਦਿੰਦੀ ਹੈ ਕਿ ਇੱਥੇ 5 ਮਰਲੇ ਦੇ ਪਲਾਟ ਅਸੀਂ ਦੇਤੇ, ਹਾਂ, ਕੋਈ ਅਧਿਕਾਰੀ ਰੋਕ ਨਹੀਂ, ਕੋਈ BDPO, ਕੋਈ ਸੈਕਟਰੀ ਉਹਨੂੰ ਰੱਦ ਨਹੀਂ ਕਰ ਸਕਦਾ, ਪਰ ਉਹ ਜ਼ਮੀਨ ਪੰਚਾਇਤ ਦੀ ਸਾਮਨਾਟ ਹੋਵੇ ਬਸ, ਉਹਦੀ ਆਪਣੇ ਤਰੀਕੇ ਵਾਧੂ ਕੋਰਟ 'ਚ ਆਊਗਾ ਬਾਅਦ 'ਚ, ਬਸ ਤੇ ਖੜਿਆ ਹੋਵੇ ਗ੍ਰਾਮ ਸਭਾ ਉੱਥੇ ਦੇ ਨੁਮਾਇੰਦੇ ਤੇ ਸਰਪੰਚ ਉੱਥੇ ਜਾ ਕੇ ਕਿ ਸਾਡਾ ਇਹ ਫੈਸਲਾ, ਦੱਸੋ ਜੀ ਅਸੀਂ ਕੀ ਕਰੀਏ, ਗੈਰ ਕਾਨੂੰਨੀ ਇਹ ਕਰ ਰਿਹਾ ਜਾਂ ਅਸੀਂ ਕਰ ਰਹੇ। ਇੱਕ ਤਾਂ ਉਸ ਮਾਮਲੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ, ਮੇਰੇ ਪਿੰਡ ਦੀ ਉਦਾਹਰਨ ਹੈ ਜੀ। ਉੱਥੇ ਪਸ਼ੂ ਬਾੜੇ ਬਣਾਉਣ ਦੇ ਲਈ ਕਹਿੰਦੇ 25 ਏਕੜ ਜ਼ਮੀਨ ਚਾਹੀਦੀ ਹੈ। 25 ਏਕੜ ਜ਼ਮੀਨ ਆਰਡਰ ਹੋ ਗਿਆ ਜੀ, BDO ਜਾ ਕੇ ਗ੍ਰਾਮ ਸਭਾ ਕਰਕੇ ਜੀ ਉੱਥੇ ਦੇ ਆਇਆ ਆਪਣੀ, ਔਰ ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ, ਪਿੰਡ ਦੇ ਮੁੰਡਿਆਂ ਨੇ 20% ਲੋਕਾਂ ਤੋਂ ਦਸਤਖਤ ਕਰਾ ਕੇ ਗ੍ਰਾਮ ਸਭਾ ਬੁਲਾਈ, ਕਿਉਂਕਿ ਸਰਪੰਚ ਬੁਲਾਉਂਦਾ, ਜੇ ਸਰਪੰਚ ਨਾ ਬੁਲਾਵੇ ਤਾਂ ਪਿੰਡ ਦਾ ਕੋਈ ਵੀ ਬੰਦਾ ਬੁਲਾ, ਬੰਦੇ 20 ਕੋਈ ਵੀ ਵੋਟਰ ਜਿਹੜੇ ਨੇ ਉਹ ਬੁਲਾ ਸਕਦੇ। ਉੱਥੇ ਲਿਖ ਕੇ ਪਾਤਾ ਕਿ ਸਾਡੇ ਕੋਲ ਕੋਈ ਜ਼ਮੀਨ ਵਾਧੂ ਨਹੀਂ, ਅਸੀਂ ਦਲਤਾਂ ਨੂੰ ਪਲਾਟ ਦੇਣੇ ਨੇ ਆਪਣੇ, ਔਰ ਦਲਤਾਂ ਦੇ ਪਲਾਟ ਦੀ ਵੀ ਗ੍ਰਾਮ ਸਭਾ 'ਚ ਕਮੇਟੀ ਬਣਾਤੀ ਕਿ ਇੰਨੇ ਦਿਨਾਂ 'ਚ ਅਰਜ਼ੀਆਂ ਦਿਓ ਜਿਹਦੇ ਕੋਲ ਮਕਾਨ ਨਹੀਂ। ਅਸੀਂ ਵੀ ਹੇਰਾਫੇਰੀ ਕਰਦੇ ਨਾ ਜਦੋਂ ਪਿਕ ਐਂਡ ਚੂਜ਼ ਉਦੋਂ ਕਰਦੇ, ਤੇ ਜਦੋਂ ਅਰਜ਼ੀਆਂ ਆਈਆਂ 234 ਆਈਆਂ, ਅਗਲੀ ਗ੍ਰਾਮ ਸਭਾ 'ਚ ਉਹਦੇ 'ਚੋਂ ਰੱਦ ਕਰਤੀਆਂ, ਸਾਰੇ ਪਿੰਡ ਨੇ ਬੈਠ ਕੇ ਤੇਰੇ ਕੋਲ ਚੰਗਾ ਭਲਾ ਹੈਗਾ ਤੈਨੂੰ ਨਹੀਂ ਮਿਲਣੀ, ਤੇ 118 ਰੱਖ ਲਈਆਂ ਜਿਹੜੀਆਂ ਜੈਨੂਅਨ ਸੀ, ਔਰ 18 ਫੁੱਟ ਗਲੀਆਂ ਵਾਲਾ 118 ਮਕਾਨ ਦੇ ਬਣਦੇ ਦੇਖ ਸਕਦੇ ਹੋ ਤੁਸੀਂ ਜਾ ਕੇ। ਇਹ ਗ੍ਰਾਮ ਸਭਾ ਦੀ ਤਾਕਤ। ਜਾ ਕੇ DDPO ਨੂੰ ਇੱਕੋ ਹੀ ਗੱਲ ਕਹੀ, ਜਾਂ ਇਹਨੂੰ ਰੱਦ ਕਰ ਦੇ ਲਿਖ ਕੇ, ਜਾਂ ਇਹਨੂੰ ਪ੍ਰਵਾਨ ਕਰ ਲੈ। ਉਹਨੂੰ ਪ੍ਰਵਾਨ ਕਰਨਾ ਪਿਆ। ਇਹ ਹੈ ਲੋਕ ਤਾਕਤ। ਜੇ ਚਾਹੋ ਤਾਂ ਕੁਝ ਵੀ ਹੋ ਸਕਦਾ। ਮੇਰੇ ਆਪਣੇ ਹਲਕੇ 'ਚ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੀ ਸਰਕਾਰ ਸੀ, ਜਦੋਂ ਸਨੇਟਾ ਪਿੰਡ ਹੈ ਲਾਂਡਰਾ ਬਨੂੜ ਰੋਡ ਤੇ, ਉੱਥੇ ਕਿੰਨੇ ਹੀ ਜਿਹੜੇ 5 ਮਰਲੇ ਦੇ ਮਕਾਨ ਬਣਾ ਕੇ ਦਿੱਤੇ ਸੀ, ਬਾਦਲ ਸਾਹਿਬ ਆਪ ਉਦਘਾਟਨ ਕਰਕੇ ਆਏ ਸੀ, ਔਰ ਅੱਜ ਲੋਕ ਉੱਥੇ ਵਸ ਰਹੇ ਨੇ। ਉਹ ਗ੍ਰਾਮ ਸਭਾ ਦੀ ਤਾਕਤ ਲਾ ਲਓ, ਜਾਂ ਉਸ ਵਕਤ ਸਾਡੇ ਜਿਹੜੇ ਹਲਕਾ ਇੰਚਾਰਜ ਸੀ NK ਸ਼ਰਮਾ ਸੀ, ਦਿਆਨਤਦਾਰ ਜੇਕਰ ਹੋਵੇ ਨਾ ਕੋਈ MLA ਜਾਂ ਤੁਹਾਡਾ ਹਲਕਾ ਇੰਚਾਰਜ, ਤਾਂ ਵੀ ਬਹੁਤ ਚੀਜ਼ਾਂ ਠੀਕ ਹੋ ਸਕਦੀਆਂ ਨੇ। ਔਰ ਉਹ ਰੱਜੀ ਰੂਹ ਵਾਲਾ ਬੰਦਾ ਸੀ, ਉਹਨੇ ਇਹ ਚੀਜ਼ ਅੱਗੇ ਹੋ ਕੇ ਚੀਜ਼ ਕਰਵਾਈ, ਤੇ ਅੱਜ ਬੰਦੇ ਉੱਥੇ ਵੱਸਦੇ ਨੇ, ਬਹੁਤ ਸੋਹਣੇ ਬਣੇ ਹੋਏ ਨੇ। ਜਿਹੜਾ ਪੰਚਾਇਤਾਂ ਨੂੰ ਅਧਿਕਾਰ ਮਿਲਣ ਵਾਲਾ ਪਹਿਲੂ ਹੈ, ਮੈਂ ਉਹ ਗੱਲ ਸਮਝਣਾ ਚਾਹੁੰਦਾ, ਕਿਉਂਕਿ ਸਮਾਂ ਇਸੇ ਕਰਕੇ ਪਹਿਲੀ ਵਾਰ 73ਵੀਂ ਸੰਵਿਧਾਨਕ ਸੋਧ 'ਚ ਪਿੰਡਾਂ ਨੂੰ ਤੇ 74ਵੀਂ ਤਹਿਤ ਸ਼ਹਿਰਾਂ ਨੂੰ ਇਹਨਾਂ ਨੂੰ ਪੰਚਾਇਤੀ ਰਾਜ ਦਾ ਦਰਜਾ ਦਿੱਤਾ ਗਿਆ ਕਿ ਰਾਜ ਦਾ ਹਿੱਸੇਦਾਰ। ਜਦੋਂ ਰਾਜ ਦਾ ਹਿੱਸੇਦਾਰ ਬਣਦਾ ਤਾਂ ਉਹਦੇ ਕੋਲ ਤਾਕਤ ਵੀ ਜਾਣੀ ਹੁੰਦੀ ਹੈ ਨਾ। ਉਹਦੇ 'ਚ ਇਹ ਸੀ ਕਿ 29 ਡਿਪਾਰਟਮੈਂਟਾਂ ਨਾਲ ਸੰਬੰਧਿਤ ਕਰਮਚਾਰੀ ਤੇ ਉਹਨਾਂ ਨਾਲ ਸੰਬੰਧਿਤ ਬਿੱਲ, ਫਾਈਨਾਂਸ, ਵੇਤਨ, ਉਹ ਟ੍ਰਾਂਸਫਰ ਹੋਣਾ ਸੀ। ਸਾਡੇ ਇੱਕ ਵਾਰ 4.5 ਡਿਪਾਰਟਮੈਂਟ ਅਮਰਿੰਦਰ ਸਿੰਘ ਉਹਨਾਂ ਦੀ ਪਹਿਲੀ ਸਰਕਾਰ ਨੇ ਦਿੱਤੇ ਸੀ, ਉਹ ਵੀ ਦੁਆਰਾ ਸਕੂਲ ਇਕੱਠੇ ਅੱਧੇ ਪੱਕੇ ਸੀ ਉਹ ਵੀ। ਤੁਸੀਂ ਦੇਖੋ ਕਿ ਕਰਨਾਟਕਾ ਦਾ 40% ਬਜਟ ਜਾਂਦਾ ਹੈ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤਾਂ ਨੂੰ। DC ਲੱਗਣ ਲਈ ਤਿਆਰ ਨਹੀਂ ਹੁੰਦਾ ਕੋਈ। ਅੱਛਾ ਜੀ। ਕਹਿੰਦਾ ਉਹਦਾ CEO ਲੱਗ ਜਾਈਏ, ਜ਼ਿਲ੍ਹਾ ਪ੍ਰੀਸ਼ਦ ਦਾ ਤਾਂ ਠੀਕ ਹੈ, ਕਿਉਂਕਿ ਜਿੱਥੇ ਪੈਸਾ ਜਾਣਾ ਹੈ ਉੱਥੇ ਹਲਕਾ ਇੰਚਾਰਜ MLA ਤੇ ਮੰਤਰੀ ਦੀ ਬਜਾਏ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣਨਾ ਚਾਹੁੰਦਾ, ਕਿਉਂਕਿ ਜਿੱਥੇ ਮਾਇਆ ਹੈ। ਤੇ ਜਦੋਂ ਡੀਸੈਂਟਰਲਾਈਜੇਸ਼ਨ ਹੋ ਗਈ, ਉਹ ਡਿਵੈਲਪਮੈਂਟ ਦੇ ਕੰਮ ਕਰ ਸਕਦਾ, ਬਾਕੀ ਚੀਜ਼ਾਂ ਨਹੀਂ। ਇੱਕ ਤਾਂ ਇਹ ਗੱਲ ਹੈ ਕਿ ਅਸੀਂ ਕਿਉਂ ਨਹੀਂ ਦੇ ਸਕਦੇ ਜੀ, ਅਸੀਂ ਕਿਉਂ ਨਹੀਂ ਦਿੱਤਾ। ਕੇਰਲਾ ਦਾ 23% ਬਜਟ, ਸਾਡੇ ਸੂਬੇ ਦੇ ਬਜਟ ਚੋਂ ਪਿਛਲੇ 14 ਸਾਲਾਂ 'ਚ ਪਿੰਡ ਲਈ ਇੱਕ ਨਵਾਂ ਪੈਸਾ ਨਹੀਂ ਗਿਆ। ਜਿਹੜਾ ਆਇਆ ਉਹ ਨਰੇਗਾ ਵਾਲਾ ਆਇਆ। ਇਹ ਜਿਹੜੀਆਂ ਗਲੀਆਂ ਇੱਟਾਂ ਬਣਦੀਆਂ ਦਿਖਦੀਆਂ ਨਾ, ਇਹ KR ਲਖਣਪਾਲ ਦੀ ਅਗਵਾਈ ਵਾਲਾ ਜਿਹੜਾ ਸਟੇਟ ਫਾਈਨਾਂਸ ਕਮਿਸ਼ਨ ਹੈ, ਉਹਦੀ ਰਿਪੋਰਟ। ਜਿੰਨੇ ਕੁ ਪੈਸੇ ਗਏ ਪਿੰਡਾਂ ਨੂੰ, ਜਿਹੜੇ ਆਪਦੇ ਬਣਾ ਕੇ ਸਾਰੀਆਂ ਸਰਕਾਰਾਂ ਦੇ ਰਹੀਆਂ ਦਿਖਾਉਂਦੀਆਂ ਨੇ, ਇਹ ਜਾਂ ਤਾਂ ਫਾਈਨਾਂਸ ਕਮਿਸ਼ਨ ਦੇ ਨੇ, ਫਾਈਨਾਂਸ ਕਮਿਸ਼ਨ ਦੇ 606 ਰੁਪਏ ਹਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਹ ਜਾਂਦੇ ਨੇ, ਉਹ ਨੇ, ਜਾਂ ਮਨਰੇਗਾ ਦਾ ਕਾਸਟ ਹੈ ਜਿਹਦੇ ਨਾਲ ਬਾਕੀ ਹੈ। ਔਰ ਪਿੰਡ ਦੇ ਐਡੇ ਲੱਖ ਬੰਦਾ ਚੁਣਿਆ ਹੋਇਆ ਹੈ, ਉਹ ਆਪਦਾ ਹਿੱਸਾ ਕਦੋਂ ਮੰਗੂਗਾ ਬਜਟ 'ਚ? ਉਹ ਕਦ ਇਕੱਠਾ ਹੋਊਗਾ ਕਿ ਇਕੱਠਾ ਹੋ ਕੇ ਆਪਾਂ ਇੱਕ ਹਿੱਸਾ ਮੰਗੀਏ? ਪੰਚਾਇਤ ਯੂਨੀਅਨਾਂ ਦੇ ਮੈਂ ਮੰਗ ਪੱਤਰ ਦੇਖੇ ਨੇ, ਸਾਨੂੰ ਇੰਨੇ ਪੈਸੇ ਦਿਓ ਜੀ ਭੱਤਾ, ਇੰਨੇ ਪੈਸੇ ਦਿਓ ਜੀ। ਇਹ ਠੀਕ ਹੈ, ਕਰਦੇ ਰਹੋਗੇ, ਪਰ ਜਿਹੜਾ ਸੰਵਿਧਾਨ ਨੇ ਤੁਹਾਨੂੰ ਤਾਕਤ ਦਿੱਤੀ ਉਹ ਕਿੱਥੋਂ ਲੈ ਲਓ? ਉਹ ਤਾਕਤ ਕਦੋਂ ਲਓ? ਉਹ ਤਾਂ ਮੰਗ ਲਓ, ਲੋਕਾਂ ਦੇ ਹਿੱਤ ਦੇ ਵਿੱਚ ਤਾਂ 29 ਵਿਭਾਗ ਮਿਲਣੇ ਆ। ਹੁਣ ਤੁਸੀਂ ਇਹ ਦੇਖੋ, ਪਿਛਲੇ ਸਮੇਂ ਦੌਰਾਨ ਦੀ ਆਪਾਂ ਰਿਪੋਰਟਾਂ ਹੀ ਪੜ੍ਹ ਲਈ, ਆਪਾਂ ਨਿਊਜ਼ ਆਈਟਮਸ ਪੜ੍ਹ ਲਈ ਅਖਬਾਰਾਂ ਦੀਆਂ ਪਿਛਲੇ 2 ਸਾਲਾਂ ਦੀਆਂ। ਤੁਸੀਂ ਆਪਾਂ ਪੰਚਾਇਤਾਂ ਦੀ ਗੱਲ ਕਰਦੇ ਆ, ਕਦੇ ਕਿਸੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੀ ਜਾਂ ਚੇਅਰਮੈਨ ਦੀ ਜਾਂ ਬਲਾਕ ਸਮਿਤੀ ਦੇ ਕੋਈ ਕਾਰਵਾਈ ਕਦੇ ਨਿਊਜ਼ 'ਚ ਕਦੇ ਆਈ ਹੈ ਕਿ ਕਿਸੇ ਨੇ ਉੱਗੇ ਹੋ ਕੇ ਕੋਈ ਕੰਮ ਕੀਤਾ? ਯਾਨੀ ਉਹ ਤਾਂ ਬੈਠੇ ਨੇ, ਉਹ ਬਿਲਕੁਲ ਜਦ ਤੱਕ ਅਸੀਂ ਨਾ ਸੰਸਥਾਵਾਂ ਨੂੰ ਅਸੀਂ ਵੀ ਭੁੱਲ ਕੇ ਬੈਠੇ ਨਾ ਜੀ। ਸਰਕਾਰਾਂ ਨੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਠੀਕ ਹੈ ਨਾ। ਜੇ ਅਸੀਂ ਕਹੀਏ ਨਾ ਵੀ ਸਰਕਾਰ ਕਿਉਂ ਦਊਗੀ, ਵੀ ਆਪਣੀ ਤਾਕਤ ਉਹ ਤਾਕਤ ਸਾਰੀ ਸਮੇਟੀ ਬੈਠੇ ਨੇ, ਉਹ ਆਪਣੀ ਤਾਕਤ 'ਚ ਕਿਸੇ ਨੂੰ ਹਿੱਸੇਦਾਰ ਭਾਈਵਾਲ ਕਿਉਂ ਬਣਾਉਣਗੇ? ਉਹ ਤਾਂ ਅਸੀਂ ਲੋਕਾਂ ਨੇ ਲੈਣੀ ਆ।
ਮੌਜੂਦਾ ਸਰਪੰਚਾਂ ਨੂੰ ਕੀ ਕਹਿਣਾ ਚਾਹੋ? ਤਾਂ ਆ ਜ਼ਿਲ੍ਹਾ ਪ੍ਰੀਸ਼ਦ ਆ, ਪੰਚਾਇਤ ਸਮਤੀਆਂ, ਸਾਨੂੰ ਸੰਵਿਧਾਨਕ ਹੱਕ ਮਿਲਿਆ ਹੋਇਆ ਹੈ। ਅਸੀਂ ਪਹਿਲੀ ਗੱਲ ਤਾਂ ਆਪਣੀ ਤਾਕਤ ਨੂੰ ਪਹਿਚਾਣੋ। ਦੂਸਰਾ ਜਿਹੜਾ ਹੈਗਾ, ਜਦੋਂ ਤੱਕ ਅਸੀਂ ਗ੍ਰਾਮ ਸਭਾ, ਸਾਨੂੰ ਠੀਕ ਹੈ ਲੋਕਾਂ ਨੇ ਚੁਣਤੇ ਆ 5 ਮੈਂਬਰ 7 ਮੈਂਬਰ 10 ਮੈਂਬਰ, ਪਰ ਜਿਨ੍ਹਾਂ ਲੋਕਾਂ ਨੇ ਚੁਣਿਆ ਉਹ ਸਾਡੇ ਕੋਈ ਬੈਰੀ ਨਹੀਂ ਹੈਗੇ। ਸਾਨੂੰ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਉਹਨਾਂ ਦੀ ਜੇਕਰ ਅਸੀਂ ਤਾਕਤ ਦਿਖਾਵਾਂਗੇ ਤਾਂ ਬਾਹਰ ਦਾ ਜਿੱਥੇ ਅਸੀਂ ਆਪਣੀ ਤਾਕਤ ਦਿਖਾਣੀ ਹੈ, ਸਰਪੰਚ ਚਾਹੁੰਦਾ ਹੈ ਕਿ ਮੈਂ ਆਪਣੇ ਲੀਡਰ, ਕੋਈ ਵੀ ਲੀਡਰ ਨੇ ਰਾਜਨੀਤਿਕ ਤਾਕਤ ਵੀ ਉਹ ਚਾਹੁੰਦਾ ਹੁੰਦਾ, ਰਾਜਨੀਤਿਕ ਤੌਰ ਤੇ ਵੀ ਉਹ ਤਾਂ ਤਾਕਤਵਰ ਹੋਊਗਾ ਜੇਕਰ 4 ਲੋਕ ਉਹਦੇ ਪਿੱਛੇ ਹੋਣਗੇ। ਸੋ ਗ੍ਰਾਮ ਸਭਾ ਨੂੰ ਦੀ ਤਾਕਤ ਹੈ ਜਿਹੜੀ ਉਹ ਸਰਪੰਚਾਂ ਨੂੰ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਪੰਚਾਇਤੀ ਨੁਮਾਇੰਦੇ ਨੇ, ਜਦੋਂ ਤੱਕ ਉਹ ਤਾਕਤ ਨਹੀਂ ਪਹਿਚਾਣਦੇ, ਉਹਨਾਂ ਨੂੰ ਉਹ ਐਵੇਂ ਹੀ ਕੀੜਿਆਂ ਮਕੌੜਿਆਂ ਵਾਂਗੂ ਫਿਰਦੇ ਰਹਿਣਗੇ। ਮੈਂ ਮਾਫੀ ਵੀ ਚਾਹਾਂਗੀ ਆਪਣੇ ਸ਼ਬਦਾਂ ਦੀ, ਪਰ ਅਸੀਂ ਵਾਕਿਆ ਹੀ ਕੀੜੇ ਮਕੌੜਿਆਂ ਦੀ ਹਾਲਤ ਦੇ ਵਿੱਚ ਰਾਜਨੀਤਿਕ ਸ਼ਕਤੀਆਂ ਨੇ ਸਾਨੂੰ ਕੀਤਾ ਹੋਇਆ। ਸਾਨੂੰ ਆਪਣੀ ਤਾਕਤ ਪਹਿਚਾਣ ਕੇ ਗ੍ਰਾਮ ਸਭਾ ਨੂੰ ਮਜ਼ਬੂਤ ਕਰੀਏ। ਦਸੰਬਰ ਆ ਗਿਆ, ਵੱਡੇ ਪੱਧਰ ਤੇ ਆਪਾਂ ਆਪਣੇ ਘਰਾਂ ਚੋਂ ਨਿਕਲ ਕੇ ਗ੍ਰਾਮ ਸਭਾ ਦੇ ਅਜਲਾਸ ਬੁਲਾਈਏ, ਆਪਣੀ ਗੱਲ ਰੱਖੀਏ ਤੇ ਸਰਕਾਰਾਂ ਨੂੰ ਝੁਕਣ ਵਾਸਤੇ ਮਜਬੂਰ ਕਰੀਏ। ਨਿੱਜੀ ਹਿੱਤ ਵੀ ਤਾਂ ਹੀ ਤੁਹਾਡੇ ਅੱਗੇ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਲੋਕਾਂ ਦੇ ਹਿੱਤਾਂ ਲਈ ਲੜੋਗੇ। ਭਾਜੀ ਤੁਸੀਂ ਪਿੰਡਾਂ ਦੀ ਨੌਜਵਾਨਾਂ ਨੂੰ, ਪੰਚਾਇਤਾਂ ਨੂੰ ਕੀ ਕਹੋਗੇ ਇਸ ਮਸਲੇ ਤੇ? ਨਹੀਂ, ਬਿਲਕੁਲ ਪੰਚਾਇਤਾਂ ਨਹੀਂ ਤਾਂ ਪਿੰਡ ਦੇ ਨੌਜਵਾਨ ਜਿਹੜੇ ਪੜ੍ਹ ਲਿਖ ਰਹੇ ਨੇ, ਕਿਤੇ ਵੀ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਯੂਥ ਕਲੱਬਾਂ ਨੂੰ, ਵੱਖ-ਵੱਖ ਲੋਕਾਂ ਨੂੰ, ਉਹ ਇਸ ਆਧਾਰ ਤੇ ਲੋਕਾਂ ਨੂੰ ਜਾਗਰੂਕ ਕਰਨ। ਦੂਜੀ ਗੱਲ ਇਹ ਹੈ ਕਿ ਲੋਕਤੰਤਰ 'ਚ ਹਮੇਸ਼ਾ ਹੀ, ਜੇ ਅਸੀਂ ਕਹਿੰਦੇ ਲੋਕ ਵੱਡੇ ਨੇ, ਸਾਡੇ ਕਲਚਰ 'ਚ ਵੀ ਅਸੀਂ ਕਹਿੰਦੇ ਸੰਗਤ ਗੁਰੂ 20 ਵਿਸਵੇ ਸੰਗਤ 21 ਵਿਸਵੇ। ਗ੍ਰਾਮ ਸਭਾ ਪਿੰਡ ਦੀ ਸੰਗਤ ਹੈ, ਇਕੱਠੀ ਹੋਈ ਵਿਧੀਵਤ ਸੰਗਤ ਹੈ। ਤੇ ਜੇ ਸੰਗਤ ਨੂੰ ਨਮਸਕਾਰ ਕੀਤੇ ਬਿਨਾਂ ਕੋਈ ਵੱਡਾ ਅਧਿਕਾਰੀ ਚੁਣਿਆ ਹੋਇਆ ਜਿੱਡੇ ਮਰਜ਼ੀ ਵੱਡਾ ਹੋ ਜੇ, ਉਦੋਂ ਵੱਡਾ ਨਹੀਂ ਹੋ ਸਕਦਾ। ਇਸ ਕਰਕੇ ਸੰਗਤੀ ਰੂਪ ਨੂੰ ਦੀ ਜੀਵਨ ਜਾਂਚ ਜੇਕਰ ਜਿੰਨਾ ਚਿਰ ਅਸੀਂ ਨਹੀਂ ਅਪਣਾਉਂਦੇ, ਉਹਨਾਂ ਚਿਰ ਲੁੱਟ ਖਸੁੱਟ ਜਾਰੀ ਰਹੂਗੀ। ਖੁਦਕਸ਼ੀਆਂ ਵੀ ਕਰਨਾ ਕੋਈ ਹੱਲ ਨਹੀਂ ਹੈ। ਲੜ ਕੇ ਮਰਨਾ ਅਲੱਗ ਟਾਈਪ ਦੀ ਗੱਲ ਹੁੰਦੀ ਹੈ। ਲੜੋ ਤੁਸੀਂ, ਇਹਦੀ ਬਜਾਏ ਕਿ ਆਪਣੀਆਂ ਜਾਨਾਂ ਦਿੰਦੇ ਜਾਓ, ਕਿਸੇ ਦਾ ਕੁਝ ਨਹੀਂ ਜਾਣਾ ਉਸ ਲੈਵਲ ਦੇ ਉੱਤੇ। ਔਰ ਤੁਸੀਂ ਇਸ ਪਾਸੇ ਵੱਲ ਲੋਕਾਂ ਦੀ ਸਪੋਰਟ ਦੇ ਨਾਲ ਖੜੇ ਹੋ, ਗਲਤ ਦੇ ਖਿਲਾਫ ਜਿੰਨਾ ਵੀ ਖੜਾ ਹੋ। ਗ੍ਰਾਮ ਸਭਾ ਸੰਗਤ ਵੀ ਹੈ ਤੇ ਸੰਸਦ ਵੀ ਹੈ। ਸੋ ਇਸ ਦੇ ਲਈ ਹੁਣ ਪਿੰਡਾਂ ਨੂੰ ਜਾਗਰੂਕ ਵੀ ਹੋਣਾ ਪੈਣਾ ਕਿ ਸਰਕਾਰਾਂ ਤੁਹਾਨੂੰ ਗ੍ਰਾਂਟ ਦਿੰਦੀਆਂ ਨਹੀਂ, ਉਲਟਾ ਤੁਹਾਡੀ ਸ਼ਾਮਲਾਟ 'ਚੋਂ ਹਿੱਸਾ ਵੀ ਲੈ ਜਾਂਦੀਆਂ ਨੇ, ਤੇ ਪੰਚਾਇਤਾਂ ਪਾਰਟੀਆਂ ਦੀਆਂ ਲੀਡਰਾਂ ਦੀਆਂ ਬਣ ਕੇ ਰਹਿ ਜਾਂਦੀਆਂ ਨੇ। ਸੋ ਪੰਚਾਇਤ ਪਿੰਡ ਦੀ ਚੁਣਿਓ ਤੇ ਗ੍ਰਾਮ ਸਭਾ ਪਿੰਡ ਲਈ ਬੁਲਾਇਓ। ਤੇ ਇਸ ਚਰਚਾ ਦੇ ਵਿੱਚੋਂ ਬਹੁਤ ਸੇਧਦਾਇਕ ਗੱਲਾਂ ਨਿਕਲੀਆਂ ਨੇ। ਸੋ ਇਸ ਦੇ ਲਈ ਅਜਿਹੀ ਚਰਚਾ ਨੂੰ ਅਸੀਂ ਫਿਰ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬ ਟੈਲੀਵਿਜ਼ਨ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਬੀਬੀ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ।